ਆਪ ਸਭ ਦਾ ਸਵਾਗਤ ਹੈ ਪੰਜਾਬ ਟੈਲੀਵਿਜ਼ਨ ਤੇ। ਮੈਂ ਹਰਜਿੰਦਰ ਸਿੰਘ ਰੰਧਾਵਾ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਜੀ ਭਾਸਕਰ ਜੀ ਔਰ ਇੰਦਰਪ੍ਰੀਤ ਜੀ। ਦੋਨਾਂ ਨੂੰ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਕਰਨ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਪੰਜਾਬ ਦੇ ਮੌਜੂਦਾ ਦ੍ਰਿਸ਼ ਨੂੰ ਪਰਿਭਾਸ਼ਿਤ ਕਰਨ ਦਾ ਯਤਨ ਕਰਦੇ ਹਾਂ, ਅਪਡੇਟਸ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ। ਅੱਜ ਅਕਾਲ ਤਖਤ ਸਾਹਿਬ ਦੇ ਉੱਤੇ ਮੀਟਿੰਗ ਹੋਏਗੀ ਪੰਥਕ ਮੁੱਦਿਆਂ ਨੂੰ ਲੈ ਕੇ। ਅੰਮ੍ਰਿਤਪਾਲ ਦੇ ਵਰਤਾਰੇ ਤੋਂ ਬਾਅਦ ਦੀਆਂ ਘਟਨਾਵਾਂ ਨਾਲ ਜੁੜਿਆ ਰਹੇਗਾ ਸਾਰਾ ਏਜੰਡਾ। ਲੰਘੇ ਦਿਨ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਲੱਗਦਾ ਹੈ। ਜਗਬੀਰ ਸਿੰਘ ਬਰਾੜ ਚਲੇ ਜਾਂਦੇ ਆ। ਅੰਮ੍ਰਿਤਪਾਲ ਨਾਲ ਸੰਬੰਧਿਤ ਜੋ ਕੋ ਫੀਡਬੈਕ ਹੈਗੀ ਆ ਉਹ ਤੁਹਾਡੇ ਨਾਲ ਭਾਸਕਰ ਸਾਹਿਬ ਸਾਂਝ ਪਾਉਣਗੇ। ਇੱਕ ਬਿਹਤਰ ਖਬਰ ਹੈ ਜਿਹਦਾ ਚੀਰਫਾੜ ਇੰਦਰਪ੍ਰੀਤ ਜੀ ਕਰਨਗੇ। ਬਿਹਤਰ ਖਬਰ ਇਹ ਹੈ ਕਿ ਸਾਰੇ ਜਗ੍ਹਾ ਇਹ ਪ੍ਰਕਾਸ਼ਿਤ ਹੋਇਆ ਕਿ ਪੰਜਾਬ ਸਰਕਾਰ ਨੇ ਮੁਆਵਜ਼ਾ ਵਧਾਤਾ। 2-3 ਦਿਨ ਤੋਂ ਕਿਸਾਨੀ ਦੀ ਹਾਲਤ ਬਹੁਤ ਮਾੜੀ ਸੀ ਔਰ ਜਿਸ ਤਰੀਕੇ ਨਾਲ ਗੜੇਮਾਰੀ, ਜਿਸ ਤਰ੍ਹਾਂ ਝੱਖੜ, ਜਿਸ ਤਰ੍ਹਾਂ ਮੀਂਹ ਪਿਆ, ਫਸਲ ਦੇ ਨੁਕਸਾਨੇ ਜਾਣ ਦਾ ਬਹੁਤ ਵੱਡਾ ਇੱਕ ਤਕਲੀਫ ਵਾਲਾ ਦੌਰ ਸੀ। ਮੁੱਖ ਮੰਤਰੀ ਮੌਕੇ ਤੇ ਪਹੁੰਚਦੇ ਆ, ਐਲਾਨ ਕਰਦੇ ਆ, ਪਰ ਇਹਦੀ ਗਰਾਊਂਡ ਰਿਐਲਿਟੀ ਕੀ ਆ ਇਹਦਾ ਚੈੱਕ ਕਰਦੇ ਆ। ਇਹਦੇ ਨਾਲ ਨਾਲ ਹੀ ਅਸੀਂ ਜਾਵਾਂਗੇ ਪੰਜਾਬ ਦੀ ਸਥਿਤੀ। ਤੁਸੀਂ ਲੰਘਦੇ ਆਉਂਦੇ ਚਲਾਨ ਤਾਂ ਭੁਗਤਿਆ ਹੀ ਹੋਣਾ, ਕਿਸੇ ਨਾ ਕਿਸੇ ਨਾਕੇ ਤੇ ਤੁਹਾਨੂੰ ਖਿਲਾਰ ਕੇ ਸਾਈਡ ਤੇ ਲਾਇਆ ਹੀ ਹੋਣਾ। ਫਿਰ ਜੇਕਰ ਅਸੀਂ ਮਹੀਨੇ ਦਾ 47 ਲੱਖ ਰੁਪਈਆ ਇਕੱਠਾ ਕਰ ਰਹੇ ਆ, ਸਾਡਾ ਗਵਾਂਢੀ ਸੂਬਾ ਲਗਭਗ 23 ਕਰੋੜ ਰੁਪਈਆ ਇਕੱਠਾ ਕਰਦਾ, ਫਿਰ ਸਾਡੇ ਵਾਲੇ ਚਲਾਨ, ਆਪਾਂ ਵੈਸੇ ਚੰਗੇ ਵੀ ਬੜੇ, ਚਲਾਨ ਹੁੰਦੇ ਵੀ ਸਾਡੇ ਘੱਟ, ਆਪਾਂ ਛੱਡ ਦਿੰਨੇ ਗੱਲ ਨੂੰ। ਇਹਦੇ ਨਾਲ ਹੀ ਪ੍ਰਿਯੰਕਾ ਗਾਂਧੀ ਵਾਲਾ ਮਾਮਲਾ ਵੀ ਲੈਂਦੇ ਆ। ਬੜੀ ਜੋਸ਼ੀਲੀ ਤਕਰੀਰ ਸੀ ਉਹਨਾਂ ਦੀ ਰਾਹੁਲ ਗਾਂਧੀ ਦੇ ਮਾਮਲੇ 'ਚ। ਪਰ ਇੱਕ ਜ਼ਿਆਦਾ ਅਹਿਮ ਖਬਰ ਉਹ ਹੈਗੀ ਆ CBI ਦੀ। CBI ਨੂੰ 9 ਸਟੇਟਾਂ ਨੇ, ਆਪਾਂ ਵੀ ਵਿੱਚ ਹੀ ਆ, ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਨਾ ਕਰਤੀ ਸੀ ਕਿ ਸਾਨੂੰ ਪੁੱਛੇ ਬਿਨਾਂ ਵੜਨਾ ਨਹੀਂ ਸਾਡੀ ਸਟੇਟ 'ਚ। 9 ਸੂਬੇ ਇਹੋ ਜਿਹੇ। ਹੁਣ ਇੱਕ ਪਾਰਲੀਮਾਨੀ ਬੋਰਡ ਜਿਹੜਾ ਇੱਕ ਪੈਨਲ ਇਹ ਕਹਿ ਰਿਹਾ ਕਿ ਅਸੀਂ ਇਹਨੂੰ ਇਹਦੀਆਂ ਸ਼ਕਤੀਆਂ ਵਧਾਈਏ। ਦਾ ਮਤਲਬ ਆਉਂਦੇ ਦਿਨਾਂ 'ਚ CBI ਜਿੱਥੇ ਮਰਜ਼ੀ ਜਾ ਵੜੇ। ਜੇ ਇੰਨਾ ਕੁ ਨੂੰ ਸਟਰੈਂਥਨ ਕਰਤਾ ਗਿਆ, ਕੋਈ ਐਕਟ ਲਿਆ ਕੇ, ਕਾਨੂੰਨ ਬਣਾ ਕੇ, ਔਖਾ ਹੋ ਜੂ। ਫਿਰ ਭਾਵੇਂ ਚੰਡੀਗੜ੍ਹ ਹੋਵੇ ਜਾਂ ਜਲੰਧਰ, ਕਿਤੇ ਵੀ ਹੱਥ ਪਾਇਆ ਜਾ ਸਕਦਾ। ਕੈਨੇਡਾ ਦੇ ਹਾਈ ਕਮਿਸ਼ਨ ਨੂੰ ਤਲਬ ਕੀਤਾ, ਕਹਿੰਦੇ ਤੁਹਾਡੇ ਉੱਥੇ ਜੋ ਹੋ ਰਿਹਾ ਦੱਸੋ। ਤਾਂ ਕੱਲ ਅਮਰੀਕਾ ਦੇ ਵਿੱਚ ਇੱਕ ਵਾਰੀ ਫਿਰ ਰੌਲੇ ਰੱਪੇ ਪਏ ਆ। ਔਰ ਇਸੇ ਤਰੀਕੇ ਨਾਲ ਆਪਾਂ ਇਹ ਵੀ ਖਬਰ ਲਵਾਂਗੇ ਕਿ NGT ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕਹਿੰਦਾ ਹੈ ਕਿ ਇਹ ਮਿੱਟੀ ਥਾਂ ਥਾਂ ਵਰਤਦੇ ਹੋ ਸੜਕਾਂ ਬਣਾਉਣ ਲਈ, ਇਹਦੀ ਜਗ੍ਹਾ ਸਵਾਹ ਵਰਤੋ। ਟਨਾਂ ਦੇ ਟਨ ਸਵਾਹ ਡਿੱਗਦੀ ਆ ਵੱਖ-ਵੱਖ ਸਰੋਤਾਂ ਤੋਂ, ਤੇ ਉਹਨੂੰ ਵਰਤੋ। ਉਹਨਾਂ ਦੀ ਕੋਈ ਮੰਨਣ ਨਹੀਂ ਡਿਆ ਤੇ ਅਸੀਂ ਹੁਣ ਖਬਰਾਂ ਤਾਂ ਤੋਰਾਂਗੇ ਹੀ। ਭਾਸਕਰ ਸਾਹਿਬ, ਮੈਂ ਆਉਣਾ ਤੁਹਾਡੇ ਵੱਲ। ਆਪਾਂ ਲੈਨੇ ਆ ਅਪਡੇਟ ਅੰਮ੍ਰਿਤਪਾਲ ਦੇ ਵਰਤਾਰੇ ਤੇ ਤੁਹਾਡੇ ਕੋਲੋਂ। ਲੇਕਿਨ ਜੇ ਮੇਰੀ ਇੱਕ ਹੋਰ ਇੱਛਾ ਹੈ, ਪੰਜਾਬ ਕਿਸਾਨੀ ਦੇ ਸਿਰ ਤੇ ਜਿਉਂਦਾ ਤੇ ਕਿਸਾਨੀ ਰੀੜ ਆ ਪੰਜਾਬ ਦੀ। ਤੇ ਮੁੱਖ ਮੰਤਰੀ ਗਏ ਸੀ ਕਿ ਖੇਤਾਂ ਦੇ ਵਿੱਚ ਉਹ ਚੜ ਗਏ ਗੱਡੀ ਤੇ, ਜਿੱਦਾਂ ਉਹ ਚੜ੍ਹਦੇ ਹੁੰਦੇ ਸੀ ਕੰਪੇਨ ਦੌਰਾਨ ਇਲੈਕਸ਼ਨ। ਫਿਰ ਉਹਨਾਂ ਨੇ ਭੌਂਪੂ ਵੀ ਫੜ ਲਿਆ, ਐਲਾਨ ਖੂਬਸੂਰਤ ਕਰਤੇ। ਉਹ ਕਹਿੰਦੇ ਸਾਡੇ ਵੀ ਉਧਰ ਇਦਾਂ ਹੀ ਨੁਕਸਾਨ ਹੁੰਦੇ ਸੀ ਤੇ ਘਰੇ ਰੋਟੀ ਨਹੀਂ ਸੀ ਪੱਕਦੀ ਹੁੰਦੀ। ਤੁਹਾਡਾ ਦਰਦ ਮੈਨੂੰ ਪਤਾ ਹੈ। ਉਸ ਦਰਦ ਦੇ ਵਿੱਚੋਂ ਪ੍ਰਕਾਸ਼ਿਤ ਹੋ ਗਿਆ ਕਿ 25% ਮੁਆਵਜ਼ਾ ਵਧਾ ਦਿੱਤਾ ਗਿਆ ਵਾ ਸਰਕਾਰ ਵੱਲੋਂ ਖਰਾਬੇ ਦਾ। ਖਰਾਬੇ ਤੁਸੀਂ ਜਾਣਦੇ ਹੀ ਹੋ, ਖਰਾਬਿਆਂ ਦਾ ਜ਼ਿਕਰ ਸ਼ਹਿਰੀਆਂ ਨੂੰ ਸ਼ਾਇਦ ਨਾ ਪਤਾ ਹੋਵੇ, ਸਾਡੇ ਲਈ ਤਾਂ ਬੜਾ ਅਹਿਮ ਆ। ਇੰਦਰਪ੍ਰੀਤ ਜੀ, ਖਰਾਬੇ ਦੇ ਰੂਪ 25% ਜ਼ਿਆਦਾ ਮਿਲੂਗੀ ਰਕਮ। ਹੁਣ ਸੁਣਿਆ 15,000 ਘੱਟੋ ਘੱਟ ਮਿਲੂਗੀ। ਇਹਨੂੰ ਹੁਣ ਇਹ ਤੱਥਾਂ ਦੇ ਆਧਾਰ ਤੇ ਅੱਗੇ ਤੋਰ ਦਿਓ ਗੱਲ। ਫਿਰ ਆਪਾਂ ਜਾਣਦੇ ਹਾਂ ਅੰਮ੍ਰਿਤਪਾਲ ਦੇ ਵਰਤਾਰੇ ਤੇ ਨਵੀਆਂ ਅਪਡੇਟਸ, ਨਵੇਂ ਤੱਥ, ਨਵੀਆਂ ਚੀਜ਼ਾਂ ਤੇ। ਰੰਧਾਵਾ ਸਾਹਿਬ, ਕੱਲ ਮੈਂ ਵੀ ਮਤਲਬ ਜਦੋਂ ਅਸੀਂ ਆਪਣੇ ਪਿੰਡ ਗਏ ਸੀ ਤਾਂ ਰਸਤੇ 'ਚ ਮੈਂ ਦੇਖਿਆ ਸਾਰੀ ਦੋਨੋਂ ਪਾਸੇ ਕਣਕ ਜਿਹੜੀ ਹੈ ਬਿਲਕੁਲ ਵਿਛੀ ਹੋਈ ਹੈ। ਬਹੁਤ ਸਾਰੇ ਫਾਰਮਰਸ ਨਾਲ ਗੱਲ ਵੀ ਹੋਈ ਇਸ ਤੇ ਉਹਨਾਂ ਨੇ ਕਿਹਾ ਵੀ ਯਾਰ ਜਿਹੜੀ ਤਾਂ 15 ਨਵੰਬਰ ਤੋਂ ਪਹਿਲਾਂ ਬੀਜਤੀ ਹੈ ਉਹ ਤਾਂ ਸ਼ਾਇਦ ਥੋੜੀ ਬਹੁਤ ਬਚ ਜੇ, ਲੇਕਿਨ ਬਾਕੀ ਦੀ ਖਰਾਬ ਕਿੰਨੀ ਹੋਊਗੀ, ਨਿਕਲੂਗੀ ਕਿੰਨੀ, ਤੇ ਉਹ ਡਿਸਕਲਰ ਕਿੰਨੀ ਰਹੂਗੀ, ਇਹਦੇ ਬਾਰੇ ਮੈਂ ਹਜੇ ਨਹੀਂ ਕਹਿ ਸਕਦਾ। ਬਹੁਤ ਡਿਪੈਂਡ ਕਰੂਗਾ ਕਿ ਖੇਤਾਂ 'ਚ ਜਿਹੜਾ ਖੜਾ ਪਾਣੀ ਹੈ ਉਹ ਕਿੰਨੀ ਜਲਦੀ ਬਾਹਰ ਹੋ ਜਾਂਦਾ ਹੈ, ਕਿਉਂਕਿ ਅਗਲੇ 30-31 ਨੂੰ ਫਿਰ ਮੀਂਹ ਦੀ ਦੁਬਾਰਾ ਜਿਹੜੀ ਹੈ ਭਵਿੱਖਬਾਣੀ ਕਰਤੀ ਹੈ ਮੌਸਮ ਵਿਭਾਗ ਨੇ। ਜਿਹੜਾ ਕੱਲ CM ਸਾਹਿਬ ਨੇ ਗਏ ਆ ਖਰਾਬਾ ਦੇਖਣ, ਮੈਨੂੰ ਬਹੁਤ ਵਧੀਆ ਲੱਗਿਆ ਇਹ ਚੀਜ਼ ਕਿ ਉਹ ਇੱਕ ਇਸ ਤਰ੍ਹਾਂ ਦੇ CM ਤਾਂ ਘੱਟੋ ਘੱਟ ਹੈਗੇ ਹੀ ਨੇ ਜਿਹੜੇ ਲੋਕਾਂ ਦਾ ਦੁੱਖ ਦਰਦ ਵੰਡਾਉਂਦੇ ਆ ਜਾ ਕੇ। ਪਰ ਜਿਹੜਾ ਉਹਨਾਂ ਨੇ ਕਿਹਾ, ਜਿਹੜਾ ਪਹਿਲਾਂ ਉਹਨਾਂ ਨੇ ਇੱਕ ਆਪਣਾ ਟਵੀਟ ਕੀਤਾ ਸੀ, ਉਹ 'ਚ ਉਹਨਾਂ ਨੇ ਕਿਹਾ ਸੀ ਵੀ ਉਹਨਾਂ ਦੇ ਖਰਾਬੇ ਦਾ ਇੱਕ ਪੈਸਾ ਦਿੱਤਾ ਜਾਊਗਾ, ਮਤਲਬ ਉਹਨਾਂ ਨੂੰ ਕੋਈ ਘਾਟਾ ਨਹੀਂ ਹੋਣ ਦਿੱਤਾ ਜਾਊਗਾ। ਦੇਖੋ, ਪਰ ਏਕੜ ਸਾਡੀ ਜਿਹੜੀ ਪੰਜਾਬ ਦੀ ਔਸਤ ਹੈ, ਪਰ ਏਕੜ 40 ਤੋਂ 42 ਹਜ਼ਾਰ
ਰੁਪਏ ਦੀ ਕਣਕ ਨਿਕਲਦੀ ਹੈ, 20-22 ਦੇ ਆਸ-ਪਾਸ ਨਿਕਲਦੀ ਹੈ, 2000 ਰੁਪਏ ਰੇਟ ਹੈ, ਤੁਸੀਂ ਐਵਰੇਜ ਹੀ ਕੱਢ ਲਓ, 40-42 ਹਜ਼ਾਰ ਰੁਪਏ ਦੀ ਹੈ। ਤੇ ਉਹਨਾਂ ਨੇ ਜਿਹੜਾ ਕਿਹਾ ਵੀ ਜਿਹੜੀ ਜਿਨ੍ਹਾਂ ਦੀ 75% ਤੋਂ ਉੱਪਰ ਡੈਮੇਜ ਹੋ ਗਈ ਉਹਨਾਂ ਨੂੰ 15,000 ਰੁਪਏ ਦੇ ਆਸ-ਪਾਸ ਮਿਲੇਗਾ। ਹੁਣ ਜਿਹਦੀ 100% ਕਣਕ ਹੀ ਬਰਬਾਦ ਹੋ ਗਈ, ਉਹਨੂੰ ਤਾਂ 15,000 ਰੁਪਏ ਮਿਲਣਾ ਹੈ, ਤੇ ਡੈਮੇਜ ਹੋ ਗਿਆ ਉਹਦਾ 44,000 ਰੁਪਏ ਦਾ, ਤੇ ਫਿਰ ਇੱਕ ਪੈਸਾ ਕਿਵੇਂ ਮਿਲਿਆ? ਦੂਜੀ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਦਿੱਕਤ ਹੈ ਨਾ ਜੀ, ਉਹ ਇਹ ਹੈ ਕਿ ਇਹ ਉਹ ਪੈਸਾ ਹੈ ਜਿਹੜਾ ਉਹਨਾਂ ਨੇ ਲਾਗਤ ਲਾਈ ਹੋਈ ਆ, ਉਹਦਾ ਪੈਸਾ ਮਿਲਦਾ, ਨਾ ਕਿ ਉਹਨਾਂ ਦੇ ਕੁੱਲ ਨੁਕਸਾਨ ਦਾ ਪੈਸਾ ਮਿਲਦਾ। ਕੁੱਲ ਨੁਕਸਾਨ ਦਾ ਪੈਸਾ ਸਾਨੂੰ ਕਦੇ ਨਹੀਂ ਮਿਲਿਆ। ਮੈਨੂੰ ਯਾਦ ਹੈ ਜਦੋਂ ਬਾਦਲ ਸਾਹਿਬ 2007 ਚ ਬਣੇ ਸੀ, ਉਦੋਂ 8,000 ਰੁਪਏ ਮਿਲਦਾ ਹੁੰਦਾ ਸੀਗਾ। ਇਹ ਉਹਨਾਂ ਨੇ ਵਧਾ ਕੇ ਇਹਨੂੰ 12,000 ਰੁਪਏ ਕਰਤਾ। ਫਿਰ ਕੈਪਟਨ ਸਾਹਿਬ ਆਏ, ਉਹਨਾਂ ਨੇ ਇਹਨਾਂ ਨੂੰ ਉਹਨਾਂ ਨੇ ਵੀ ਥੋੜਾ ਜਿਹਾ ਵਧਾਇਆ, ਇਹਦੇ ਵਿੱਚ ਮੈਨੂੰ ਕੋਲ 1,000-1,500 ਰੁਪਇਆ ਉਹਨਾਂ ਨੇ ਵੀ ਯੋਗਦਾਨ ਜਿਹਾ ਪਾਇਆ। ਹੁਣ ਇਹ 15 ਹੋ ਜਾਏਗਾ ਜਿਹੜਾ ਹੁਣ ਹੈਗਾ 100% ਦਾ। ਇਹਦੇ ਚ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਵੀ ਅਸੀਂ ਬਾਰ-ਬਾਰ ਉਦੋਂ ਹੀ ਕਿਉਂ ਵਧਾਉਂਦੇ ਹਾਂ ਜਦੋਂ ਡੈਮੇਜ ਹੁੰਦਾ। ਅਸੀਂ ਜਦੋਂ ਇਹਦੇ ਨਾਲ ਕਿਉਂ ਨਹੀਂ ਜੋੜਦੇ ਵੀ MSP ਨਾਲ ਹੀ ਜੋੜ ਦੋ, ਵੀ ਜਦੋਂ MSP ਅਸੀਂ ਤੈਅ ਕਰਦੇ ਹਾਂ ਉਹਦੇ ਖਰਾਬੇ ਦਾ ਵੀ ਤੈਅ ਕਰ ਦੋ ਵੀ ਯਾਰ ਖਰਾਬਾ ਜੇ ਹੋ ਗਿਆ ਤਾਂ ਇੰਨਾ ਮੁਆਵਜ਼ਾ ਮਿਲੇਗਾ। ਇਹ ਤਾਂ 15,000 ਦੇਖੋ, ਉਹਨਾਂ ਦੀ 6 ਮਹੀਨੇ ਦੀ ਜਿਹੜੀ ਵੇਟ ਹੈ ਉਹਦੇ ਉੱਤੇ ਉਹਨਾਂ ਨੂੰ 15,000 ਰੁਪਏ ਮਿਲਣਾ ਹੈ। ਅੱਗੇ ਪੈਡੀ ਦੀ ਤਿਆਰੀ ਹੈ, ਉਹਨਾਂ ਕੋਲ ਤਾਂ ਬਿਲਕੁਲ ਪੈਸਾ ਹੈ ਹੀ ਨਹੀਂਗਾ। ਦੂਸਰੀ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਇਹ ਗੱਲ ਵੀ ਹੈ ਕਿ ਸਟੇਟ ਕੀ ਇੰਨੇ ਜੋਗੀ ਹੈਗੀ ਆ, ਤੇ ਤੁਸੀਂ ਕਹਿ ਰਹੇ ਹੋ 20-22, ਚਲੋ ਮੈਨੂੰ ਪਤਾ ਹੈ ਕਿ ਆਮ ਤੌਰ ਤੇ 18-20 ਦੇ ਵਿੱਚ ਵੀ ਰਹਿ ਜਾਂਦੀ ਬੜੇ ਸਾਰੇ ਏਰੀਆ ਦੇ ਵਿੱਚ ਕਣਕ, ਖਾਸ ਤੌਰ ਤੇ ਕਿਉਂਕਿ ਸੈਚੂਰੇਸ਼ਨ ਤੇ ਅਸੀਂ ਖੜੇ ਹੁਣ ਡਾਊਨ ਆ ਰਹੇ ਹਾਂ। ਤੇ ਜੇਕਰ ਤੁਸੀਂ 18 ਵੀ ਲਾਓ, ਮੈਨੂੰ ਲੱਗਦਾ ਕਿ ਇਹਦੇ ਚ ਪਹਿਲਾ ਸਵਾਲ ਹੈ ਕਿ ਸਾਡੇ ਰਿਸੋਰਸਸ, ਸਟੇਟ ਦਾ ਰੈਵਨਿਊ, ਸਾਡੀਆਂ ਰਿਸੀਪਟਸ, ਸਾਡੇ ਖਜ਼ਾਨੇ ਚ ਪੈਸੇ, ਇਹ ਸਥਿਤੀ ਇੰਨੀ ਕੁ ਹੈ ਕਿ ਅਸੀਂ ਸਾਰਿਆਂ ਨੂੰ ਪੂਰਾ ਪੈਸਾ ਦੇ ਦਈਏ। ਦੂਜੀ ਗੱਲ ਕਿ ਇਹਦੇ ਲਈ ਕਿਉਂਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਕਦੋਂ ਮੌਸਮ ਨੇ ਖਰਾਬ ਹੋ ਜਾਣਾ ਤੇ ਕਦੋਂ ਇਸ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਨੇ ਸਾਨੂੰ ਘੇਰ ਲੈਣਾ। ਇਹਦਾ ਸਭ ਤੋਂ ਸੌਖਾ ਤਰੀਕਾ ਹੁੰਦਾ ਕਿ ਕੋਈ ਫੂਲ ਪ੍ਰੂਫ ਇੰਤਜ਼ਾਮ ਹੋਣ, ਕਿ ਸਾਡੀ ਕ੍ਰੌਪ ਇੰਸ਼ੋਰੈਂਸ ਵਰਗੀ ਕੁਝ ਟਰਮ ਹੋਣ, ਜਿੱਥੇ ਅਸੀਂ ਕੇਂਦਰ ਵੱਲੋਂ ਦਿੱਤੀ ਸਕੀਮ ਤੋਂ ਪੂਰੀ ਤਰ੍ਹਾਂ ਪਾਸੇ ਹੋ ਗਏ ਸੀ, ਕਿਉਂਕਿ ਉਹ ਟੈਕਨੀਕੈਲਿਟੀਜ਼ ਇੰਨੀਆਂ ਗੁੰਝਲਦਾਰ ਸੀ ਕਿ ਉਹ ਚ ਮਿਲਣਾ ਕੱਖ ਨਹੀਂ ਸੀ, ਭਾਰ ਵਾਧੂ ਪੈ ਜਾਣਾ ਸੀ। ਪਰ ਕੀ ਅਸੀਂ ਬਦਲਵੀਂ ਸਕੀਮ ਕੋਈ ਤਿਆਰ ਕੀਤੀ? ਜਦੋਂ ਆਉਂਦੀ ਸਟੇਟਮੈਂਟ ਆਉਂਦੀ, ਕਦੇ ਫੈਸਲਾ ਨਹੀਂ ਆਉਂਦਾ ਕਿ ਅਸੀਂ ਲਾਗੂ ਕਰਤੀ ਹੈ, ਜਿਹਦੇ ਵਿੱਚ ਸਟੇਟ ਹੀ ਸਾਰਿਆਂ ਦਾ ਕਰਦੇ। ਹੁਣ ਸਟੇਟ ਇੱਕੋ ਵੇਲੇ ਹਜ਼ਾਰਾਂ ਕਰੋੜ ਰੁਪਇਆ ਤਾਰਨ ਦੀ ਬਜਾਏ ਜੇ ਕੁਝ 100 ਕਰੋੜ ਰੁਪਏ ਦਾ ਜਿਹੜਾ ਮੁੱਢਲੀ ਅਮਾਉਂਟ ਹੁੰਦੀ ਹੈ ਬੀਮਾ ਕੰਪਨੀਆਂ ਨੂੰ ਉਹ ਦਿੰਦੀ ਹੋਵੇ, ਕਿੱਡੀ ਆਸਾਨੀ ਹੋਵੇ। ਅਸੀਂ ਬਜਟ ਵਿੱਚ ਹੀ ਰੱਖ ਲਈਏ ਕਿ ਅਸੀਂ ਕ੍ਰੌਪ ਇੰਸ਼ੋਰੈਂਸ ਲਈ ਇੰਨੇ ਪੈਸੇ ਰੱਖ ਲਿਆ, ਤੁਸੀਂ ਕਿਸਾਨਾਂ ਦਾ ਯੋਗਦਾਨ ਪਵਾਓ ਹੀ ਨਾ। ਜੇ ਕਿਸਾਨਾਂ ਦਾ ਯੋਗਦਾਨ ਪਵਾਓ ਤੇ ਕਿਸਾਨਾਂ ਨੂੰ ਵੀ ਪਤਾ ਹੋਵੇ ਕਿ ਜੇ ਮੰਨ ਲਓ ਤੁਸੀਂ 500 ਰੁਪਏ ਦੀ ਖਾਦ ਦੀ ਬੋਰੀ ਲੈ ਰਹੇ ਹੋ ਤੇ ਇਹ 100 ਰੁਪਇਆ ਤੁਸੀਂ ਉਹਦੇ ਵਿੱਚ ਇਹ ਵੀ ਜੋੜ ਲਓ ਕਿ ਅਸੀਂ ਕ੍ਰੌਪ ਇੰਸ਼ੋਰੈਂਸ ਲਈ ਵੀ ਦਿੱਤਾ। ਸੋ ਮੈਨੂੰ ਲੱਗਦਾ ਇੱਥੇ ਇੱਕ ਕਮੀ ਹੈਗੀ ਆ। ਹਲਕੀ ਜਿਹੀ ਗੱਲ ਕਰੋ, ਫਿਰ ਅਸੀਂ ਅੱਗੇ ਚੱਲਦੇ ਹਾਂ। ਮੈਂ ਨਾ ਇਹਦੇ ਚ ਇਹੀ ਤੁਹਾਨੂੰ ਕਹਿਣ ਲੱਗਿਆ ਸੀ ਕਿ ਦੇਖੋ, ਇਹ ਹੁਣ ਆ ਜਿਹੜਾ ਮੌਕਾ ਆਇਆ, ਇਹ ਕੱਲਾ ਪੰਜਾਬ ਦਾ ਨੁਕਸਾਨ ਨਹੀਂ। ਹਰਿਆਣਾ ਦੇ ਵਿੱਚ ਵੀ ਸੇਮ ਪੋਜੀਸ਼ਨ ਹੈ, ਵੈਸਟਰਨ ਯੂਪੀ ਦੇ ਵਿੱਚ ਵੀ ਸੇਮ ਪੋਜੀਸ਼ਨ ਹੈ, ਹੋਰ ਸਟੇਟਾਂ ਦੇ ਵਿੱਚ ਵੀ ਹੋਏਗੀ ਨੈਚੁਰਲੀ, ਕਿਉਂਕਿ ਸਾਰਾ ਮਤਲਬ ਮੀਂਹ ਸਭ ਜਗ੍ਹਾ ਤੇ ਹੀ ਪਿਆ। ਮੈਨੂੰ ਲੱਗਦਾ ਸੀ ਕਿ ਇਹ ਮੌਕਾ ਸੀ ਜਦੋਂ ਤੁਸੀਂ ਸਾਰੀਆਂ ਸਟੇਟਾਂ ਮਿਲ ਕੇ ਸੈਂਟਰ ਦੇ ਉੱਤੇ ਦਬਾਅ ਬਣਾ ਸਕਦੀਆਂ ਸੀ, ਪਰ ਉੱਥੇ ਪੰਜਾਬ ਦਾ ਜਿਹੜਾ ਉਹ ਹੈ ਨਾ ਜੀ, ਉਹ ਕਮਜ਼ੋਰ ਪੈ ਜਾਂਦਾ ਹੈ। ਉਹ ਇਸ ਕਰਕੇ ਕਿ ਗਵਰਨਮੈਂਟ ਆਫ ਇੰਡੀਆ ਸਿੱਧਾ ਹੀ ਤੁਹਾਨੂੰ ਕਹਿ ਸਕਦੀ ਵੀ ਅਸੀਂ ਤਾਂ ਕ੍ਰੌਪ ਇੰਸ਼ੋਰੈਂਸ ਲਾਗੂ ਕੀਤੀ ਹੋਈ ਹੈ, ਤੁਹਾਡੀ ਵੀ ਇਕੱਲੀ ਸਟੇਟ ਹੈ ਜਿਹੜੀ ਬਾਹਰ ਹੋ ਗਈ। ਹੁਣ ਦੇਖੋ, ਇਹਦੇ ਵਿੱਚ ਹਰਿਆਣੇ ਵਾਲਿਆਂ ਨੂੰ ਪ੍ਰੋਪਰ ਮੁਆਵਜ਼ਾ ਮਿਲ ਜਾਏਗਾ ਕ੍ਰੌਪ ਇੰਸ਼ੋਰੈਂਸ ਤੋਂ, ਵੈਸਟਰਨ ਯੂਪੀ ਵਾਲਿਆਂ ਨੂੰ ਵੀ ਮਿਲ ਜਾਏਗਾ, ਲੇਕਿਨ ਪੰਜਾਬ ਬਾਹਰ ਹੋ ਜਾਏਗਾ। ਇਹਦੇ ਵਿੱਚ ਜਿਹੜਾ ਇੱਕ ਪ੍ਰਯਾਸ ਪਿਛਲੀ ਕੈਪਟਨ ਸਰਕਾਰ ਨੇ ਕੀਤਾ ਸੀਗਾ, ਐਤਕੀ ਹਰਪਾਲ ਚੀਮਾ ਹੋਰਾਂ ਨੇ ਵੀ ਆਪਣੇ ਬਜਟ ਦੇ ਵਿੱਚ ਅਨਾਉਂਸਮੈਂਟ ਕੀਤੀ ਹੈ ਕਿ ਉਹ ਫਸਲੀ ਬੀਮਾ ਯੋਜਨਾ ਲਾਗੂ ਕਰਨਗੇ। ਸੈਂਟਰ ਵਾਲੀ ਉਹਨਾਂ ਨੂੰ ਠੀਕ ਨਹੀਂ ਲੱਗਦੀ, ਕਿਉਂਕਿ ਸਾਡਾ ਜਿਹੜਾ ਖਰਾਬਾ ਸੀ ਐਨੂਅਲ, ਉਹ ਅੱਗੇ 7% ਆਉਂਦਾ ਸੀ, ਤੇ ਜਦ ਤੱਕ 10% ਨਹੀਂ ਆਉਂਦਾ ਕਿਸੇ ਵੀ ਪੂਰੇ ਬਲਾਕ ਪਿੰਡ ਦਾ, ਤਾਂ ਤੱਕ ਬੀਮਾ ਕੰਪਨੀ ਜਿਹੜੀ ਉਹ ਪੈਸਾ ਨਹੀਂ ਦਿੰਦੀ। ਇਸ ਕਰਕੇ ਜੋ 7% ਤੇ ਉਹਨੂੰ ਕੈਲਕੂਲੇਟ ਕਰਦੇ ਸੀ ਤਾਂ ਸਾਨੂੰ ਏਦਾਂ ਲੱਗਦਾ ਸੀ ਵੀ ਅਸੀਂ ਪੇਮੈਂਟ ਉਹਨਾਂ ਨੂੰ ਜ਼ਿਆਦਾ ਕਰਤੀ ਹੈ, ਸਾਨੂੰ ਮੁਆਵਜ਼ੇ ਦੇ ਤੌਰ ਤੇ ਘੱਟ ਮਿਲਿਆ। ਪਰ ਜੇ ਤੁਸੀਂ ਤਿੰਨ ਪਿਛਲੀਆਂ ਫਸਲਾਂ ਦੇਖੋ, ਪਿਛਲੀ ਕਣਕ, ਫਿਰ ਪੈਡੀ, ਫਿਰ ਹੁਣ ਲਗਾਤਾਰ ਫਿਰ ਇਹ, ਈਵਨ ਵਿੱਚ ਤੁਸੀਂ ਕਾਟਨ ਵੀ ਲਗਾ ਲਓ, ਤਾਂ ਸਾਡਾ ਖਰਾਬਾ ਕਿਤੇ ਜ਼ਿਆਦਾ ਚਲਾ ਜਾ ਰਿਹਾ, 25 ਤੋਂ 30% ਤੋਂ ਉੱਪਰ ਚੱਲ ਰਿਹਾ। ਇਸ ਵਾਰ ਤਾਂ ਹੋ ਸਕਦਾ ਕਿ ਇਸ ਤੋਂ ਵੀ ਜ਼ਿਆਦਾ ਚਲਾ ਜਾਏ। ਸੋ ਹੁਣ ਟਾਈਮ ਆ ਗਿਆ, ਕਿਉਂਕਿ ਸਾਡਾ এনवायरमेंट ਇੰਨੀ ਬੁਰੀ ਤਰ੍ਹਾਂ ਚੇਂਜ ਹੋ ਰਿਹਾ ਹੈ। ਮੈਨੂੰ ਲੱਗਦਾ ਕਿ ਇੱਕ ਹੁਣ ਮੌਕਾ ਆ ਗਿਆ, ਚਾਹੇ ਤਾਂ ਅਸੀਂ ਕ੍ਰੌਪ ਇੰਸ਼ੋਰੈਂਸ ਗਵਰਨਮੈਂਟ ਆਫ ਇੰਡੀਆ ਲਈ ਐਜ਼ ਇਟ ਇਜ਼ ਯੂਜ਼ ਕਰੀਏ, ਜਾਂ ਫਿਰ ਅਸੀਂ ਆਪਣੀ ਬਣਾਈਏ।
ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੋਆਪਰੇਟਿਵ ਡਿਪਾਰਟਮੈਂਟ ਨੂੰ ਕਿਹਾ ਸੀਗਾ ਇਹਦੇ ਉੱਤੇ ਕਿ ਕੰਮ ਕਰੋ ਤੁਸੀਂ, ਅਸੀਂ ਆਪਣੀ ਹੀ ਕ੍ਰੌਪ ਇੰਸ਼ੋਰੈਂਸ ਕਿਉਂ ਨਹੀਂ ਬਣਾ ਲੈਂਦੇ, ਲੇਕਿਨ ਉਹ ਵੀ ਫਿਰ ਉਹ ਕਰੋਨਾ ਆ ਗਿਆ ਵਿੱਚ ਤੇ ਉਹ ਕਰੋਨਾ ਦੀ ਭੇਂਟ ਹੀ ਚੜ ਗਈ, ਉਸ ਤੇ ਕੰਮ ਹੀ ਨਹੀਂ ਹੋਇਆ। ਸੋ ਮੈਨੂੰ ਲੱਗਦਾ ਕਿ ਇਹ ਮੌਕਾ ਹੁਣ ਹੈ ਦੋ ਚੀਜ਼ਾਂ ਕਰਨ ਦਾ। ਇੱਕ ਤਾਂ ਇਹ ਕਿ ਤਿੰਨੋਂ ਸਟੇਟਾਂ ਜਿਹੜੀਆਂ ਨੇ ਮਿਲ ਕੇ ਗਵਰਨਮੈਂਟ ਆਫ ਇੰਡੀਆ ਤੇ ਦਬਾਅ ਬਣਾਉਣ ਕਿ ਜੀ ਉਹ ਇਹਦਾ ਜਿਹੜਾ ਮੁਆਵਜ਼ਾ ਰਾਸ਼ੀ ਹੈ ਉਹ ਘੱਟੋ ਘੱਟ ਡਬਲ ਕੀਤੀ ਜਾਏ। ਦੂਸਰਾ ਇਹ ਕਿ ਜਿਹੜੀ ਕ੍ਰੌਪ ਇੰਸ਼ੋਰੈਂਸ ਹੈ ਉਹ ਚ ਜਾਂ ਤਾਂ ਉਹਨੂੰ ਠੀਕ ਕਰ ਲਿਆ ਜਾਏ ਜਾਂ ਫਿਰ ਗਵਰਨਮੈਂਟ ਆਫ ਪੰਜਾਬ ਜਿਹੜੀ ਹੈਗੀ ਆ ਉਹ ਆਪਣੀ ਕ੍ਰੌਪ ਇੰਸ਼ੋਰੈਂਸ ਲੈ ਕੇ ਆਏ ਤਾਂ ਕਿ ਫਾਰਮਰਸ ਦਾ ਨੁਕਸਾਨ ਨਾ ਹੋਵੇ। ਇੰਦਰਪ੍ਰੀਤ ਜੀ, ਇੱਕ ਸਿੰਪਲ ਲਾਈਨ 'ਚ ਮੈਨੂੰ ਇਹ ਸਮਝਾਓ ਕਿ ਇਸ ਵੇਲੇ ਜਿਹੜਾ ਅਨਾਉਂਸ ਕੀਤਾ ਮੁਆਵਜ਼ਾ ਹੈ ਸਰਕਾਰ ਵੱਲੋਂ, ਇਹਦੇ ਵਿੱਚ ਕੋਈ ਕੰਟਰੀਬਿਊਟ ਕੇਂਦਰ ਕਰੂਗਾ? ਕਿਉਂਕਿ ਜਦੋਂ ਉਹ ਆਲਰੇਡੀ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਆ, ਅਸੀਂ ਉਸ ਤੋਂ ਪਿੱਛੇ ਹਟੇ, ਉਹ ਸਾਨੂੰ ਕਿਉਂ ਦੇਣਗੇ? ਕੇਂਦਰੀ ਪੂਲ 'ਚੋਂ ਕੋਈ ਪੈਸਾ ਮਿਲਣ ਦੀ ਉਮੀਦ ਹੈਗੀ ਆ ਕਿ ਆਪਣੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਕੋਲ ਇਸ ਮਾਮਲੇ 'ਚ ਜਾਣਗੇ ਕਦੀ? ਵੈਸੇ ਇਹਨਾਂ ਦੋਵਾਂ ਦੀ ਕਦੇ ਫੋਟੋ ਮੈਂ ਦੇਖੀ ਨਹੀਂ, ਕੈਪਟਨ ਸਾਹਿਬ ਨਾਲ ਤਾਂ ਦੇਖ ਲੈਂਦੇ ਹੁੰਦੇ ਸੀ ਆਪਾਂ। ਨਹੀਂ, ਬਿਲਕੁਲ ਮਿਲੇਗਾ। ਇਹ ਜਿਹੜਾ ਆਪਦਾ ਪ੍ਰਬੰਧਨ ਜਿਹੜਾ ਹੈਗਾ ਸਾਡਾ ਬਣਿਆ ਹੋਇਆ ਉਹ ਸਾਰੀਆਂ ਸਟੇਟਾਂ ਦਾ, ਉਹ ਪੈਸਾ ਸੈਂਟਰ ਗਵਰਨਮੈਂਟ ਦਾ ਹੀ ਹੁੰਦਾ, ਉਹਦੇ 'ਚ ਰੱਖਿਆ ਹੁੰਦਾ, ਉਸੇ 'ਚੋਂ ਹੀ ਮਿਲਦਾ, ਲੇਕਿਨ ਉਹ ਫਿਕਸ ਰਾਸ਼ੀ ਹੈ। ਜਿਵੇਂ ਸਪੋਜ਼ ਉਹਨਾਂ ਨੇ 8,000 ਰੁਪਏ ਪਰ ਏਕੜ ਰੱਖੀ ਹੈ ਕਿ 8,000 ਰੁਪਏ ਨੁਕਸਾਨ ਹੋਏਗਾ, ਤਾਂ ਪਿਛਲੀ ਵਾਰ ਗਵਰਨਮੈਂਟ ਆਫ ਪੰਜਾਬ ਨੇ ਕਹਿੰਦਾ ਸੀ 4,000 ਅਸੀਂ ਆਪਣੇ ਕੋਲੋਂ ਪਾਵਾਂਗੇ, ਤਾਂ ਉਹ 12,000 ਮਿਲ ਜਾਂਦਾ ਸੀ। ਹੁਣ ਸੀਐਮ ਸਾਹਿਬ ਨੇ ਕਿਹਾ ਵੀ ਅਸੀਂ ਇਹਨੂੰ 15 ਕਰ ਦਾਂਗੇ, ਇਟ ਮੀਨਸ 3,000 ਰੁਪਇਆ ਇਹ ਹੋਰ ਆਪਣੇ ਕੋਲੋਂ ਪਾਇਆ ਜਾਏਗਾ। ਇਹਦੇ ਵਿੱਚ ਹੋਰ ਸੈਂਟਰ ਗਵਰਨਮੈਂਟ ਤੋਂ ਕਿੰਨਾ ਕੁ ਵਧਵਾ ਸਕਦੇ ਆ? ਪ੍ਰਾਈਮ ਮਿਨਿਸਟਰ ਨਾਲ ਦੇਖੋ ਇਸ ਤਰ੍ਹਾਂ ਮੌਕਾ ਹੈ ਕਿ ਪ੍ਰਾਈਮ ਮਿਨਿਸਟਰ ਨਾਲ ਮਿਲ ਕੇ ਜਾਂ ਐਗਰੀਕਲਚਰ ਮਿਨਿਸਟਰ ਨਾਲ ਮਿਲ ਕੇ ਜਾਂ ਫੂਡ ਐਂਡ ਸਪਲਾਈ ਮਿਨਿਸਟਰ ਨਾਲ ਮਿਲ ਕੇ ਜਾਂ ਫਾਈਨਾਂਸ ਮਿਨਿਸਟਰ ਨਾਲ ਮਿਲ ਕੇ ਕੋਈ ਵੀ ਕਿਸੇ ਨਾਲ ਵੀ ਮਿਲ ਕੇ ਉਹਨਾਂ ਤੇ ਦਬਾਅ ਪਾਇਆ ਜਾਏ ਕਿ ਇਹ ਜਿਹੜੀ ਕ੍ਰੌਪ ਇੰਸ਼ੋਰੈਂਸ ਹੈ, ਇਹ ਜਿਹੜੀ ਆਪਦਾ ਪ੍ਰਬੰਧਨ ਵਾਲੀ ਜਿਹੜੀ ਰਾਸ਼ੀ ਹੈ ਇਹਨੂੰ ਇਸ ਵਾਰੀ ਡਬਲ ਕਰੋ, ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ। ਦੇਖੋ ਇਹ ਨਹੀਂ ਹੈ ਕਿ ਇਕੱਲੇ ਪੰਜਾਬ ਦਾ ਨੁਕਸਾਨ ਹੋਇਆ, ਪੰਜਾਬ ਸੈਂਟਰ ਪੂਲ 'ਚ ਹੀ ਫੀਡ ਕਰਦਾ ਜ਼ਿਆਦਾ। ਜੇ ਇੱਥੇ ਨੁਕਸਾਨ ਹੋਇਆ ਤਾਂ ਅੱਜ ਉਹਦੀ ਬਾਂਹ ਫੜਨ ਦੀ ਲੋੜ ਹੈ। ਅਦਰਵਾਈਜ਼ ਜਿਹੜੀ ਗਵਰਨਮੈਂਟ ਆਫ ਇੰਡੀਆ ਨੇ ਇਹ ਸਸਤੇ ਅਨਾਜ ਵਾਲੀ ਸਕੀਮ ਚਲਾ ਰੱਖੀ ਹੈ ਵੀ 80% ਲੋਕਾਂ ਨੂੰ ਅਸੀਂ ਸਸਤਾ ਅਨਾਜ ਦੇਣਾ, ਇਹ ਪੂਰਾ ਨਹੀਂ ਹੋ ਪਾਊਗਾ ਅਗਰ ਫਾਰਮਰਸ ਨੇ ਜ਼ਿਆਦਾ ਤੋਂ ਜ਼ਿਆਦਾ ਫਸਲ ਜਿਹੜੀ ਹੈ ਆਪਣੇ ਖਾਣ ਪੀਣ ਲਈ ਹੀ ਰੱਖ ਲਈ, ਤੇ ਬਹੁਤ ਔਖਾ ਹੋ ਜਾਣਾ ਹੈ। ਤੇ ਮੈਨੂੰ ਇਹ ਲੱਗਦਾ ਕਿ ਇਹਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੂੰ ਇਹ ਵਕਤ ਹੈਗਾ ਜਿਹੜਾ ਕਿਸਾਨ ਦੀ ਬਾਂਹ ਫੜਨ ਦਾ ਹੈਗਾ, ਔਰ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਇਸ ਦੇ ਉੱਤੇ। ਹਾਂ, ਰਾਸ਼ਨ ਵੰਡ ਪ੍ਰਣਾਲੀ ਜਿਹੜੀ ਕੇਂਦਰ ਵਾਲੀ ਹੈ ਇਹ ਅਸਤ ਵਿਅਸਤ ਹੋ ਜਾਊਗੀ, ਇਹਦਾ ਪ੍ਰਬੰਧਨ ਅਸਤ ਵਿਅਸਤ ਹੋ ਜਾਊ ਜੇ ਇਹ ਸੰਤੁਲਨ ਵਿਗੜ ਜਾਂਦਾ ਹੈ। ਭਾਸਕਰ ਸਾਹਿਬ, ਚਲੋ ਹੁਣ ਆਪਾਂ ਖੇਤੀ ਤੋਂ ਥੋੜਾ ਜਿਹਾ ਇੱਥੇ ਦੇ ਸਾਰੇ ਮਾਹੌਲ ਤੇ ਚੱਲਦੇ ਹਾਂ। ਪੰਜਾਬ ਅੱਜ ਕਾਫੀ ਅਹਿਮ ਘਟਨਾਵਾਂ ਦੇ ਰੂਬਰੂ ਲੰਘੇਗਾ। ਕੱਲ ਤੁਹਾਡੇ ਐਨ ਗੁਆਂਢ ਦੇ ਵਿੱਚ ਜਗਬੀਰ ਸਿੰਘ ਬਰਾੜ, ਜਿਹੜੇ ਮਨਪ੍ਰੀਤ ਬਾਦਲ ਦੇ ਕਰੀਬੀ ਰਿਸ਼ਤੇਦਾਰ ਵੀ ਆ, ਅਕਾਲੀਆਂ ਨਾਲ ਬਹੁਤ ਨੇੜੇ ਨੇ, ਉਹ ਸੁਖਬੀਰ ਸਿੰਘ ਬਾਦਲ ਦੀ ਵੀ ਤਾਂ ਚਲੋ ਦੂਰ ਨੇੜੇ ਉਹ ਰਿਸ਼ਤੇਦਾਰੀ ਬਣੀ ਜਾਂਦੀ ਆ। ਉਹ ਪਹਿਲਾਂ ਅਕਾਲੀ ਦਲ ਛੱਡ ਗਏ ਸੀ ਮਨਪ੍ਰੀਤ ਨਾਲ ਜਾਣ ਲਈ, ਫਿਰ ਉਹ ਕਾਂਗਰਸ ਲਈ ਵੀ ਗਏ, ਪੀਪਲ ਪਾਰਟੀ ਨਾਲ ਗਏ ਸੀ ਉਦੋਂ ਪਹਿਲਾਂ, ਫਿਰ ਹੁਣ ਉਹ ਅਕਾਲੀ ਦਲ ਚ ਆ ਕੇ ਤੇ ਕੱਲ ਫਿਰ ਉਧਰ ਸ਼ਿਫਟ ਹੋ ਗਏ। ਇਸ ਗੱਲ ਨੂੰ ਥੋੜੀ ਜਿਹੀ ਜ਼ਬਾਨ ਜ਼ਰੂਰ ਦਿਓ ਕਿ ਜਲੰਧਰ ਜ਼ਿਮਨੀ ਚੋਣ ਤੋਂ ਐਨ ਪਹਿਲਾਂ ਜਗਬੀਰ ਬਰਾੜ ਕੀ ਇੱਕ ਸ਼ੁਰੂਆਤ ਨੇ। ਇੱਕ ਤਾਂ ਇੱਥੋਂ ਤੱਕ ਵੀ ਕਿਹਾ ਜਾ ਰਿਹਾ ਸੀਗਾ ਕਿ ਕੁਝ ਵੱਡੇ ਕੱਦ ਵਾਲੇ ਹੋਰ ਵਿਅਕਤੀ ਵੀ ਪਰ ਤੋਲ ਰਹੇ ਆ ਕਿ ਮੌਕਾ ਹੈ, ਅਕਾਲੀ ਦਲ ਬਾਰ-ਬਾਰ ਮੌਕਾ ਆਉਣ ਤੇ ਠੀਕ ਸਟੈਂਡ ਨਹੀਂ ਲੈ ਰਿਹਾ, ਔਰ ਉਹ ਵੋਟ ਬੈਂਕ ਦੀ ਰਾਜਨੀਤੀ ਕਰਨ ਦੇ ਚੱਕਰ 'ਚ ਵੋਟ ਬੈਂਕ ਹੀ ਆਪਣਾ ਨੁਕਸਾਨ ਕਰਵਾ ਰਿਹਾ ਹੈ। ਔਰ ਇਸ ਨਜ਼ਰੀਏ ਤੋਂ ਅੰਦਰ ਹੋਰ ਚੱਕਤਲ ਹੈਗੀ ਤੁਹਾਡੇ ਉਸ ਰੀਜਨ ਦੇ ਵਿੱਚ। ਇੱਕ ਤਾਂ ਉਹ ਗੱਲ, ਪਰ ਉਸ ਤੋਂ ਵੀ ਪਹਿਲਾਂ ਮੈਂ ਚਾਹੂੰਗਾ ਕਿ ਅੰਮ੍ਰਿਤਪਾਲ ਨਾਲ ਸੰਬੰਧਿਤ ਅਪਡੇਟਸ ਦਾ ਤੁਸੀਂ ਇੱਕ ਸਿਲਸਿਲਾ ਜਿਹਾ ਸ਼ੁਰੂ ਕੀਤਾ ਸੀ, ਜੇ ਤੁਸੀਂ ਨਜ਼ਰਸਾਨੀ ਕੀਤੀ ਹੈ ਤੇ ਉਹਦੇ ਨਾਲ ਸਾਂਝ ਪਵਾਓ। ਅੰਮ੍ਰਿਤਪਾਲ ਦੇ ਮੁੱਦੇ ਦੇ ਉੱਤੇ ਕੱਲ ਥੋੜਾ ਦਿਨ ਲੋ ਪ੍ਰੋਫਾਈਲ ਰਿਹਾ, ਕਾਰਨ ਕਿ ਮਾਰਚ 18 ਤੋਂ ਲੈ ਕੇ ਹਜੇ ਤੱਕ ਜਾਂ ਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਆਉਂਦੀ ਸੀਗੀ ਜਿਹਦੇ ਵਿੱਚ ਇਹ ਦੱਸਿਆ ਜਾਂਦਾ ਸੀ ਅੰਮ੍ਰਿਤਪਾਲ ਇੱਥੇ ਉੱਥੇ, ਜਾਂ ਫਿਰ ਕੋਈ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਵੱਡਾ ਖੁਲਾਸਾ ਕੀਤਾ ਜਾਂਦਾ ਸੀ, ਉਹ ਖਾਲਿਸਤਾਨ ਦੇ ਝੰਡੇ, ਡਾਲਰ, ਹੋਰ ਸਾਰੀ ਚੀਜ਼ਾਂ ਫਾਇਰਿੰਗ ਰੇਂਜ ਤੋਂ ਲੈ ਕੇ। ਕੱਲ ਇਦਾਂ ਦਾ ਕੁਝ ਵੀ ਨਹੀਂ ਹੋਇਆ। ਔਰ ਅਸੀਂ ਕੱਲ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਸੀ ਵੀ ਖਬਰਾਂ ਹੁਣ ਅੰਮ੍ਰਿਤਪਾਲ ਨੂੰ ਲੈ ਕੇ ਥੋੜੀ ਜਿਹੀ ਲੋ ਹੋ ਰਹੀ ਹੈ, ਉਹ ਅੱਜ ਹੋਰ ਲੋ ਹੋ ਗਈ। ਅੱਜ ਅੰਮ੍ਰਿਤਪਾਲ ਨੂੰ ਲੈ ਕੇ 3-4 ਖਬਰਾਂ ਟੋਟਲ ਛਪੀਆਂ, ਜਿਹਦੇ ਵਿੱਚ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਜਿਹੜੀ ਬਲਬੀਰ ਕੌਰ ਹੈ 60 ਸਾਲ ਦੀ, ਪਟਿਆਲੇ ਦੇ ਵਿੱਚ, ਉਹਨੂੰ ਇਨਵੈਸਟੀਗੇਟ ਕੀਤਾ ਗਿਆ, ਇੰਟਰੋਗੇਸ਼ਨ ਕੀਤੀ ਗਈ, ਪੁੱਛਿਆ ਗਿਆ, ਉਹ ਕਹਿੰਦੀ ਮੇਰੇ ਕੋਲ ਪੱਪਲਪ੍ਰੀਤ ਤੇ ਆਇਆ ਸੀ, ਉਹਦੇ ਨਾਲ ਜਿਹੜਾ ਵਿਅਕਤੀ ਸੀ ਉਹ ਅੰਮ੍ਰਿਤਪਾਲ ਸੀ, ਉਹ ਹਜੇ ਵੀ ਸ਼ੋਰ ਨਹੀਂ, ਔਰ ਪੁਲਿਸ ਵੀ ਨਹੀਂ ਸ਼ੋਰ ਕਿ ਉਹ ਅੰਮ੍ਰਿਤਪਾਲ ਹੀ ਸੀਗਾ। ਉਸ ਤੋਂ ਬਾਅਦ ਉਹ ਸਕੂਟਰੀ ਦਾ ਜ਼ਿਕਰ ਹੁੰਦਾ, ਔਰ
ਜਿਹੜੀ ਬਲਜੀਤ ਕੌਰ ਕੁਰੂਕਸ਼ੇਤਰ ਵਾਲੀ ਫੜੀ ਹੈ, ਸ਼ਾਹਬਾਦ ਵਾਲੀ ਫੜੀ ਹੈ, ਉਹਨੇ ਇਹ ਜ਼ਰੂਰ ਗੱਲ ਮੰਨੀ ਕਿ ਅੰਮ੍ਰਿਤਪਾਲ 2 ਬੈਗ ਲੈ ਕੇ ਆਇਆ ਸੀ, 1 ਬੈਗ ਰੱਖ ਗਿਆ ਸੀ, ਕਹਿ ਗਿਆ ਸੀ 2-3 ਦਿਨਾਂ ਦੇ ਵਿੱਚ ਇਹ ਬੈਗ ਲੈ ਜਾਣਾ। ਉਸ ਬੈਗ ਨੂੰ ਪੁਲਿਸ ਦੇ ਹਵਾਲੇ, ਹਰਿਆਣਾ ਪੁਲਿਸ ਦੇ ਹਵਾਲੇ ਬਲਜੀਤ ਕੌਰ ਦੇ ਭਰਾ ਨੇ ਕਰਤਾ ਸੀਗਾ। ਹੁਣ ਉਸ ਤੋਂ ਇਲਾਵਾ ਅੰਮ੍ਰਿਤਪਾਲ ਦੇ ਉੱਤੇ ਉਹ ਕਿੱਥੇ ਹੈ, ਹੁਣ ਕਿੱਥੇ ਹੋ ਸਕਦਾ ਹੈ, ਇਹ ਗੱਲਾਂ ਤੇ ਛਪੀਆਂ, ਲੇਕਿਨ ਉਹ ਕਿੱਥੇ ਐਗਜ਼ੈਕਟਲੀ ਹੈਗਾ, ਉਹਦੇ ਫੁੱਟਸਟੈਪਸ ਨੂੰ ਜਿਹੜੇ ਫਾਲੋ ਕੀਤਾ ਜਾ ਰਿਹਾ ਸੀ ਜਦ ਤੋਂ ਉਹ ਪੰਜਾਬ ਤੋਂ ਬਾਹਰ ਗਿਆ, ਯਾਨੀ ਸ਼ਾਹਬਾਦ ਦੇ ਵਿੱਚ ਦੇਖਿਆ ਗਿਆ, ਉਸ ਤੋਂ ਬਾਅਦ ਕਿੱਥੇ ਗਿਆ, ਹਜੇ ਤੱਕ ਕੋਈ ਬਹੁਤੀ ਗੱਲ ਨਿਕਲ ਕੇ ਨਹੀਂ ਆਈ। ਨੇਪਾਲ ਬਾਰਡਰ ਤੇ ਸਖਤੀ ਵਧਾ ਦੀ ਗਈ ਹੈ, ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ਉਹ ਨੇਪਾਲ ਵੱਲ ਰੁਕ ਕਰੇ, ਲੇਕਿਨ ਉਹ ਨੇਪਾਲ ਵੱਲ ਗਿਆ ਜਾਂ ਨਹੀਂ। ਦਿੱਲੀ ਤੋਂ ਵੀ ਕੁਝ ਖਬਰਾਂ ਆਈਆਂ ਕਿ ਉੱਥੇ ਵੀ ਦੇਖਿਆ ਗਿਆ। ਹੁਣ ਇੱਕ ਅੰਮ੍ਰਿਤਪਾਲ ਕਿੱਥੇ ਕਿੱਥੇ ਦੇਖਿਆ ਗਿਆ, ਖਬਰਾਂ ਤਾਂ ਨਿਕਲਦੀਆਂ, ਐਗਜ਼ੈਕਟਲੀ ਅੰਮ੍ਰਿਤਪਾਲ ਕਿੱਥੇ ਹੈ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਜਾਂ ਫਿਰ ਉਹ तमाम ਇਨਵੈਸਟੀਗੇਟਿੰਗ ਏਜੰਸੀਜ਼ ਜਿਹਨੂੰ ਆਪਾਂ ਕੇਂਦਰ ਦੀ ਏਜੰਸੀਆਂ ਵੀ ਕਹਿੰਦੇ ਆ, ਉਹ ਫਿਲਹਾਲ ਚੁੱਪ ਹੈ। ਕੱਲ ਇੰਡੀਅਨ ਜਿਹੜੀ ਭਾਰਤ ਸਰਕਾਰ ਨੇ ਕੈਨੇਡਾ ਦੀ ਹਾਈ ਕਮਿਸ਼ਨਰ ਨੂੰ ਬੁਲਾ ਲਿਆ ਔਰ ਇਹ ਕਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਸਰੀ ਦੇ ਵਿੱਚ ਜਿਹੜਾ ਡਿਨਰ ਰੱਖਿਆ ਗਿਆ ਸੀ ਇੰਡੀਅਨ ਹਾਈ ਕਮਿਸ਼ਨਰ ਦਾ, ਉਹਦੇ ਵਿੱਚ ਕਾਫੀ ਕੁਝ ਐਦਾਂ ਦੀ ਸਥਿਤੀ ਹੋਈ ਜਿਹਦੇ ਕਰਕੇ ਉਹ ਡਿਨਰ ਕੈਂਸਲ ਕਰਨਾ ਪਿਆ। ਔਰ ਡਿਨਰ ਕੈਂਸਲ ਕਰਨ ਤੋਂ ਬਾਅਦ ਕੁਝ ਪੱਤਰਕਾਰਾਂ ਤੋਂ ਲੈ ਕੇ ਆਮ ਲੋਕਾਂ ਨਾਲ ਬਦਤਮੀਜ਼ੀ ਹੋਈ, ਕੁਝ ਲੋਕ ਉੱਥੇ ਇਕੱਠੇ ਹੋਏ। ਇਹ ਚੀਜ਼ ਕਿਉਂ ਹੋਈ, ਇਹ ਹੋਣੀ ਨਹੀਂ ਚਾਹੀਦੀ। ਔਰ तमाम ਦੇਸ਼ਾਂ ਦੇ ਵਿੱਚ, ਖਾਸ ਕਰਕੇ ਯੂਐਸ ਦੀ ਗੱਲ ਕਰੀਏ, ਉੱਥੋਂ ਵੀ ਕੁਝ ਰਿਪੋਰਟਾਂ ਆਈਆਂ ਕਿ ਕੁਝ ਪ੍ਰੋਟੈਸਟ ਹੋਇਆ ਔਰ ਅਮਰੀਕਾ ਦੇ ਵਿੱਚ ਪ੍ਰੋਟੈਸਟ ਦੀ ਵੀ ਖਬਰਾਂ ਆਈਆਂ ਔਰ ਯੂਕੇ ਦੇ ਵਿੱਚ ਜਿਹੜਾ UAPA ਦਿੱਲੀ ਦੀ ਪੁਲਿਸ ਨੇ ਜਿਹੜੀ ਲਾਇਆ ਸੀ ਉਹਦੇ ਉੱਤੇ ਵੀ ਗੱਲ ਅੱਗੇ ਵੱਧਦੀ ਨਜ਼ਰ ਆ ਰਹੀ ਹੈ। ਪਰ ਫਿਲਹਾਲ ਅੰਮ੍ਰਿਤਪਾਲ ਕਿੱਥੇ ਹੈ, ਇੱਕ ਵੱਡਾ ਸਵਾਲ ਬਣ ਕੇ ਉੱਭਰਿਆ ਹੈ। ਔਰ ਅੱਜ ਅਕਾਲ ਤਖਤ ਦੇ ਜਥੇਦਾਰ ਸਾਹਿਬ ਇੱਕ ਮੀਟਿੰਗ ਕਰ ਰਹੇ ਪੰਥਕ ਜਥੇਬੰਦੀ। ਹਾਂਜੀ ਭਾਸਕਰ ਸਾਹਿਬ, ਇੱਥੇ ਗੱਲ ਇੱਕ ਹੋਰ ਬੜੀ ਅਹਿਮ ਸੀ ਜਿਹੜੀ ਅਸੀਂ ਕੱਲ ਨਹੀਂ ਸੀ ਕਰ ਸਕੇ। ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੱਲੋਂ ਜਿਹੜੀ ਅਪੀਲ ਕੀਤੀ ਗਈ ਅੰਮ੍ਰਿਤਪਾਲ ਨੂੰ ਕਿ ਉਹ ਪੇਸ਼ ਹੋ ਕੇ ਆਪਣਾ ਪੱਖ ਰੱਖੇ, ਜੇਕਰ ਉਹ ਗ੍ਰਿਫਤਾਰ ਨਹੀਂ ਹੋਇਆ ਤੇ ਉਹਨੂੰ ਪੇਸ਼ ਹੋਣਾ ਚਾਹੀਦਾ। ਇਹ ਹੋਰ ਵੀ ਕਈਆਂ ਨੇ ਅਪੀਲ ਕੀਤੀ ਆ। ਮੈਨੂੰ ਲੱਗਦਾ ਇਹ ਜਥੇਦਾਰ ਦੀ ਅਪੀਲ ਪ੍ਰਭਾਵਸ਼ਾਲੀ ਹੈ, ਜਥੇਦਾਰ ਦੀ ਸਰਾਹਨਾ ਕਰਨੀ ਬਣਦੀ ਆ ਕਿ ਪੇਸ਼ ਹੋਣ ਦੀ ਅਪੀਲ। ਮੈਨੂੰ ਲੱਗਦਾ ਹੈ ਕਿ ਜਥੇਦਾਰ ਨੂੰ ਹੋਰ ਇਨੀਸ਼ੀਏਟ ਕਰਨਾ ਚਾਹੀਦਾ। ਅੱਜ ਜਿਹੜੀ ਉਹ ਤੁਸੀਂ ਗੱਲ ਕਰਨ ਲੱਗੇ ਹੋ ਕਿ ਅੱਜ ਮੀਟਿੰਗ ਸੱਦੀ ਹੋਈ ਆ, ਮੀਟਿੰਗ ਵੀ ਅਹਿਮ ਰਹਿਣ ਵਾਲੀ ਹੈ। ਮੀਟਿੰਗ ਤੋਂ ਬਾਅਦ ਜਿਹੜਾ ਵੀ ਐਲਾਨਨਾਮਾ ਹੋਊਗਾ, ਹਾਲਾਂਕਿ ਇਹ 5 ਸਿੰਘ ਸਹਿਬਾਨ ਨਹੀਂ ਹੈਗੇ ਕਿ ਕੋਈ ਗੁਰਮਤਾ ਹੋ ਜਾਊਗਾ ਜਾਂ ਕੋਈ ਹੁਕਮਨਾਮਾ ਹੋਊਗਾ, ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕੋਈ ਵੀ ਗੱਲ ਇੱਥੋਂ ਦੀ ਪੋਲਿਟਿਕਸ ਲਈ ਕਾਫੀ ਅਹਿਮ ਹੁੰਦੀ ਹੈ। ਹਾਲਾਂਕਿ ਪਿਛਲੇ ਕਾਫੀ ਅਰਸੇ ਤੋਂ ਧੜੱਲੇ ਨਾਲ ਕੋਈ ਐਸੀ ਗੱਲ ਨਹੀਂ ਹੋ ਸਕੀ ਜਿਹਦੇ ਉੱਤੇ ਲੋਕ ਨਿੱਠ ਕੇ ਕਹਿਣ ਕਿ ਹਾਂ ਇਹੀ ਗੱਲ ਮੰਨਣਯੋਗ ਤੇ ਸਵੀਕਾਰਨਯੋਗ ਹੈ। ਇੱਥੇ ਵੀ ਕਈ ਤਰ੍ਹਾਂ ਦੇ ਆਪਾ ਵਿਰੋਧ ਚੱਲਦੇ ਰਹਿੰਦੇ ਆ। ਸੋ ਜਿਹੜੀ ਇਹ ਜਥੇਦਾਰ ਦੀ ਅਪੀਲ ਆ, ਇਹ ਕਾਫੀ ਅਹਿਮ ਆ ਕਿ ਅੰਮ੍ਰਿਤਪਾਲ ਸਰੈਂਡਰ ਕਰੇ। ਇਸ ਅਪੀਲ ਨੂੰ ਲੈ ਕੇ ਵੀ ਪੰਥਕ ਜਥੇਬੰਦੀਆਂ ਦੇ ਵਿੱਚ ਕੁਝ ਵਿਰੋਧ ਵੀ ਹੈਗਾ। ਉਹ ਕਹਿੰਦੇ ਨੇ ਕਿ ਜਥੇਦਾਰ ਸਾਹਿਬ ਨੇ ਅਪੀਲ ਜਾਰੀ ਕਰਕੇ ਇੱਕ ਤਰੀਕੇ ਨਾਲ ਅੰਮ੍ਰਿਤਪਾਲ ਨੂੰ ਸਰੈਂਡਰ ਕਰਨ ਵਾਸਤੇ ਕਿਹਾ। ਅੱਜ ਜਿਹੜੀ ਪੰਥਕ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੈਗੀ ਹੈ, ਉਸ ਮੀਟਿੰਗ ਦੇ ਵਿੱਚ ਸਟ੍ਰਿਕਟਲੀ ਉਹਨਾਂ ਨੂੰ ਹੀ ਬੁਲਾਇਆ ਜਾਏਗਾ, ਅੰਦਰ ਜਾਣ ਦਿੱਤਾ ਜਾਏਗਾ ਜਿਨ੍ਹਾਂ ਨੂੰ ਇਨਵੀਟੇਸ਼ਨ ਦਿੱਤਾ ਗਿਆ। ਇਸ ਪੰਥਕ ਜਥੇਬੰਦੀਆਂ ਦੀ ਮੀਟਿੰਗ ਦੇ ਵਿੱਚ ਕੀ ਫੈਸਲਾ ਹੋਏਗਾ? ਫੈਸਲਾ ਇਹ ਹੋਏਗਾ ਕਿ ਜਿਹੜੇ ਬੇਕਸੂਰ ਸਿੱਖ ਨੌਜਵਾਨ ਜਿਨ੍ਹਾਂ ਨੂੰ ਫੜਿਆ ਸੀਗਾ ਅੰਮ੍ਰਿਤਪਾਲ ਦੀ ਆਪਰੇਸ਼ਨ ਅੰਮ੍ਰਿਤਪਾਲ ਤੋਂ ਬਾਅਦ, ਉਹਨਾਂ ਦੇ ਖਿਲਾਫ ਜਿਸ ਤਰੀਕੇ ਦੇ ਝੂਠੇ ਕੇਸ ਬਣਾਏ ਜਾ ਰਹੇ ਨੇ, ਔਰ ਇਸ ਮੁੱਦੇ ਦੇ ਉੱਤੇ ਕੱਲ ਹੀ ਪੁਲਿਸ ਨੇ ਇੱਕ ਵੱਡਾ ਫੈਸਲਾ ਲਿੱਤਾ ਜਿਹਦੇ ਵਿੱਚੋਂ 353 ਜਿਹਨੇ ਡਿਟੇਨ ਕੀਤੇ ਸੀ ਹਜੇ ਤੱਕ ਆਪਰੇਸ਼ਨ ਅੰਮ੍ਰਿਤਪਾਲ ਤੋਂ ਬਾਅਦ, ਉਹਨਾਂ ਵਿੱਚੋਂ 197 ਨੂੰ ਛੱਡ ਦਿੱਤਾ ਗਿਆ। ਹੁਣ ਇਸ ਮੀਟਿੰਗ ਦੇ ਵਿੱਚ ਕੀ ਨਿਕਲ ਕੇ ਆਂਦਾ ਹੈ, ਚਲੋ ਇਸ ਦੇ ਉੱਤੇ ਤਾਂ ਨਜ਼ਰ ਹੈਗੀ ਹੈ, ਪਰ ਨਾਲ ਦੇ ਨਾਲ ਅੰਮ੍ਰਿਤਪਾਲ ਦੇ ਮੁੱਦੇ ਦੇ ਉੱਤੇ ਹੁਣ ਪੁਲਿਸ ਵੀ, ਇਨਵੈਸਟੀਗੇਟਿੰਗ ਏਜੰਸੀ ਜਿਹੜੀ ਕੇਂਦਰ ਦੀ ਏਜੰਸੀਆਂ ਵੀ ਹੁਣ ਥੋੜੀ ਜਿਹੀ ਲੋ ਨਜ਼ਰ ਆ ਰਹੀ ਹੈ ਕਿ ਉਹ ਜਿਹੜੇ ਖੁਲਾਸੇ ਹੁਣ ਤੱਕ ਕਰ ਚੁੱਕੀ ਹੈ ਉਹਦੇ ਪ੍ਰੂਫ ਜੁਟਾਉਣ ਦੇ ਵਿੱਚ ਲੱਗੀ ਹੋਈਆਂ, ਜਾਂ ਫਿਰ ਇਹ ਇਨਵੈਸਟੀਗੇਸ਼ਨ ਹੁਣ ਕਿਸੇ ਦੂਜੇ ਤੀਜੇ ਚੌਥੇ ਪਾਸੇ ਜਾ ਰਹੀ ਹੈ। ਕਿਉਂਕਿ ਵਾਰਿਸ ਪੰਜਾਬ ਦੀ ਆਰਗੇਨਾਈਜੇਸ਼ਨ ਦੇ तमाम ਅਕਾਊਂਟ ਖੰਗਾਲੇ ਜਾ ਰਹੇ ਨੇ। ਕਿਸ ਤਰੀਕੇ ਨਾਲ ਦੀਪ ਸਿੱਧੂ ਨੇ ਜਦ ਆਰਗੇਨਾਈਜੇਸ਼ਨ ਬਣਾਈ ਸੀਗੀ, ਉਸ ਤੋਂ ਬਾਅਦ ਅੰਮ੍ਰਿਤਪਾਲ ਨੇ ਆ ਕੇ ਉਸ ਅਕਾਊਂਟਸ ਜਾਂ ਸਾਰੇ तमाम ਕਾਗਜ਼ਾਤ ਦੇ ਵਿੱਚ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜੋ ਕਿ ਸੰਦੀਪ ਸੰਧੂ ਦੇ ਭਰਾ ਜਿਹੜੇ ਦੀਪ ਸਿੱਧੂ ਦੇ ਭਰਾ, ਉਹਨੇ ਮਨਾ ਕਰਤਾ ਤੇ ਉਸ ਤੋਂ ਬਾਅਦ ਉਸ ਨਾਂ ਤੋਂ ਮਿਲਦੀ ਜੁਲਦੀ ਆਰਗੇਨਾਈਜੇਸ਼ਨ ਅੰਮ੍ਰਿਤਪਾਲ ਨੇ ਵੀ ਬਣਾਈ। ਹੁਣ ਇਹਨਾਂ ਸਾਰੀ ਗੱਲਾਂ ਤੋਂ ਇਨਵੈਸਟੀਗੇਸ਼ਨ ਕਿਸ ਪਾਸੇ ਤੁਰ ਰਹੀ ਹੈ, ਹੋ ਸਕਦਾ ਆਉਣ ਵਾਲੇ ਟਾਈਮ ਵਿੱਚ ਕੁਝ ਪੁਖਤਾ ਸਬੂਤਾਂ ਦੇ ਨਾਲ ਪੁਲਿਸ ਅੱਗੇ ਆਏ, ਲੇਕਿਨ ਫਿਲਹਾਲ ਤੇ ਸਿਰਫ ਖੁਲਾਸੇ ਹੀ ਹੈ। ਉਹਨਾਂ ਖੁਲਾਸੇ ਦੇ ਉੱਤੇ ਕਿਸ ਤਰੀਕੇ ਨਾਲ ਪੁਲਿਸ ਅੱਗੇ ਵਧਦੀ ਹੈ, ਇਹ ਗੱਲ ਦੇਖਣ ਵਾਲੀ। ਇੱਥੇ ਜਿਹੜੀ ਗੱਲ ਤੁਸੀਂ ਵਾਰਿਸ ਪੰਜਾਬ ਦੀ ਜਥੇਬੰਦੀ ਦੀ ਕਰ ਰਹੇ ਹੋ,
ਵਾਰਸ ਪੰਜਾਬ ਦੇ ਸਮਾਨਾਂਤਰ ਇੱਕ ਵਾਰਸ ਪੰਜਾਬ ਦੇ ਉਹ ਬਣਾਈ ਗਈ। ਇੰਦਰਪ੍ਰੀਤ ਜੀ, ਟਿੱਪਣੀ। ਦੇਖੋ, ਜਥੇਦਾਰ ਸਾਹਿਬ ਵਾਲੀ ਜਿਹੜੀ ਮੀਟਿੰਗ ਦੀ ਗੱਲ ਅੱਜ ਭਾਸਕਰ ਸਾਹਿਬ ਨੇ ਕੀਤੀ ਹੈ 27 ਅੱਜ ਹੋਣੀ ਹੈ ਥੋੜੀ ਦੇਰ ਤੱਕ ਹੀ, ਉਹਦੇ ਚ ਮੈਨੂੰ ਇਹ ਲੱਗ ਰਿਹਾ ਹੈ ਕਿ ਇਹ ਚ ਪੰਜ ਸਿੰਘ ਸਾਹਿਬਾਨ ਵੀ ਬੁਲਾਏ ਜਾਣੇ ਚਾਹੀਦੇ ਸੀ ਤਾਂ ਕਿ ਇੱਕ ਪੂਰੀ ਮਰਿਆਦਾ ਜਿਹੜੀ ਹੈਗੀ ਹੈ ਉਹ ਬੁਲਾਈ ਤਾਂ ਇਸੇ ਗੱਲ ਕਹੀ ਗਈ ਸੀ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੈ ਉਹਨੂੰ ਕਿਸ ਤਰ੍ਹਾਂ ਲੈ ਕੇ ਜਾਣਾ ਹੈ, ਕਿਉਂਕਿ ਪਿੱਛੇ ਜੇ ਉਹਨਾਂ ਨੇ ਜਿਹੜੀ ਕਮੇਟੀ ਬਣਾਈ ਸੀ ਉਹਦੀ ਰਿਪੋਰਟ ਹਜੇ ਤੱਕ ਨਸ਼ਰ ਨਹੀਂ ਹੋਈ ਹੈ। ਸੋ ਮੈਨੂੰ ਇਹ ਲੱਗ ਰਿਹਾ ਕਿ ਉਹ ਵੀ ਪਲੱਸ ਜਿਹੜੀਆਂ ਉਸ ਤੋਂ ਬਾਅਦ ਸਥਿਤੀਆਂ ਪੈਦਾ ਹੋਈਆਂ ਅੰਮ੍ਰਿਤਪਾਲ ਦੀਆਂ ਉਹਨੂੰ ਲੈ ਕੇ ਇੱਕ ਟੋਟੈਲਿਟੀ ਦੇ ਵਿੱਚ ਹੀ ਕੁਝ ਗੱਲ ਅੱਗੇ ਆਣੀ ਚਾਹੀਦੀ ਸੀ, ਜਿਹਦੇ ਨਾਲ ਮੈਨੂੰ ਲੱਗਦਾ ਕਿ ਇੱਕ ਸੇਧ ਜੀ ਮਿਲ ਜਾਂਦੀ। ਹਜੇ ਇਹ ਵੀ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਅਸੀਂ ਪੁਲਿਸ ਵੱਲੋਂ ਜਾਂ ਸਰਕਾਰ ਵੱਲੋਂ ਕਹਿੰਦੇ ਆ ਕਿ ਉਹ ਵੀ ਕੁਝ ਦੱਸ ਨਹੀਂ ਰਹੇ, ਤੇ ਇਹ ਵੀ ਉਸੇ ਤਰ੍ਹਾਂ ਦੀ ਹੋਈ ਰਹਿ ਜਾਏਗੀ। ਮੈਨੂੰ ਲੱਗਦਾ ਨਹੀਂ ਕਿ ਇਹਦੇ ਤੋਂ ਕੁਝ ਨਿਕਲ ਪਾਏਗਾ। ਜਿਵੇਂ ਭਾਸਕਰ ਸਾਹਿਬ ਨੇ ਕਿਹਾ ਕਿ ਅਪੀਲ ਕੀਤੀ, ਮੈਨੂੰ ਲੱਗਦਾ ਕਿ ਅਪੀਲ ਵਾਲਾ ਤਾਂ ਉਹ ਠੀਕ ਕੀਤਾ ਹੈ ਭਾਸਕਰ ਸਾਹਿਬ ਕਿ ਘੱਟੋ ਘੱਟ ਇਹ ਜਿਹੜਾ ਭੰਬਲ ਪੂਸਾ ਹੈ ਕਿ ਅੰਮ੍ਰਿਤਪਾਲ ਪੁਲਿਸ ਕੋਲ ਹੀ ਹੈ ਜਾਂ ਉਹ ਬਾਹਰ ਹੈ, ਉਹਨਾਂ ਨੇ ਦੋਨੋਂ ਗੱਲਾਂ ਕੀਤੀਆਂ ਨੇ। ਉਹਨਾਂ ਨੇ ਇਹ ਵੀ ਕਿਹਾ ਨਾਲ ਕਿ ਵੀ ਜੇ ਤਾਂ ਉਹ ਪੁਲਿਸ ਕੋਲ ਹੀ ਹੈ ਫਿਰ ਤਾਂ ਪੁਲਿਸ ਖੁਲਾਸਾ ਕਰੇ, ਪਰ ਜੇ ਉਹ ਭੱਜ ਗਿਆ ਤਾਂ ਉਹ ਸਰੈਂਡਰ ਕਰੇ। ਇਹ ਮਤਲਬ ਠੀਕ ਨਹੀਂ ਹੈ, ਉਹਦਾ ਦੂਜਿਆਂ ਤੇ ਇਹਦਾ ਇਫੈਕਟ ਪੈ ਰਿਹਾ ਹੈ। ਹਾਂ, ਇਹ ਬਿਲਕੁਲ ਠੀਕ ਹੈ। ਸਾਨੂੰ ਅਜੇ ਤੱਕ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ। ਕਈ ਵਾਰੀ ਪੰਜੋ ਸਿੰਘ ਸਾਹਿਬਾਨ ਦੀ ਹਾਜ਼ਰੀ ਦੇ ਵਿੱਚ ਹੀ ਇਸ ਤਰ੍ਹਾਂ ਦੀਆਂ ਇਕੱਤਰਤਾਵਾਂ ਹੁੰਦੀਆਂ ਨੇ ਔਰ ਇਹਨਾਂ ਨੂੰ ਇਕੱਤਰਤਾ ਹੀ ਮੰਨਿਆ ਜਾਂਦਾ। ਇਹਦੇ ਉੱਤੇ ਕੋਈ ਬਾਅਦ ਚ ਸਿੰਘ ਸਾਹਿਬ ਦਾ ਫੈਸਲਾ ਨਹੀਂ ਆਉਂਦਾ। ਆਪਾਂ ਦਿਨ ਭਰ ਇਹਨਾਂ ਗਤੀਵਿਧੀਆਂ ਤੇ ਨਜ਼ਰ ਬਣਾਈ ਰੱਖਣੀ ਆ, ਤੁਸੀਂ ਵੀ ਬਣਾਈ ਰੱਖਣੀ ਆ। ਇੱਕ ਵਾਰੀ ਫਿਰ ਸ਼ਾਮ ਨੂੰ ਉਹਦੇ ਤੇ ਗੱਲ ਕਰਾਂਗੇ। ਪਰ ਇੰਦਰਪ੍ਰੀਤ ਜੀ, ਆਪਾਂ ਦੋ ਖਬਰਾਂ ਮੈਂ ਭਾਸਕਰ ਸਾਹਿਬ ਵੱਲ ਜਾਣਾ CBI ਵਾਲੇ ਮਾਮਲੇ 'ਚ, ਪਰ ਤੁਸੀਂ ਮੈਨੂੰ ਉਹ ਦਿਲਚਸਪ ਅੰਕੜਾ ਦਿਓ ਕਿਉਂਕਿ ਸਾਡੇ 'ਚੋਂ ਕੋਈ ਨਹੀਂ ਬਚਿਆ ਜਿਹਨੂੰ ਕਦੇ ਪੁਲਿਸ ਵਾਲਿਆਂ ਨੇ ਸਾਈਟ ਤੇ ਨਾ ਲਾਇਆ ਹੋਵੇ ਤੇ ਚਲਾਨ ਦੀ ਕਾਪੀ ਅੱਗੇ ਨਾ ਕੀਤੀ ਹੋਵੇ। ਭਾਵੇਂ ਕੱਟਣ ਨਾ ਕੱਟਣ ਗੱਲ ਵੱਖਰੀ ਹੈ। ਮੁਹੱਬਤੀ ਇਨਸਾਨ ਨੇ ਪੰਜਾਬ ਵਾਲੇ, ਬਹੁਤੀ ਵਾਰੀ ਕਿਸੇ ਨੂੰ ਕੋਰਟਾਂ ਕਚਹਿਰੀਆਂ ਦੀ ਤਕਲੀਫ ਦਿੰਦੇ ਨਹੀਂ, ਮੌਕੇ ਤੇ ਨਿਪਟਾਰਾ ਕਰਨ 'ਚ ਯਕੀਨ ਰੱਖਦੇ ਆ। ਇਹ ਕ੍ਰਿਟਿਸਿਜ਼ਮ ਇੱਕ ਤਰ੍ਹਾਂ ਨਾਲ ਪੂਰੇ ਡਿਪਾਰਟਮੈਂਟ ਦਾ ਹੀ ਹੈ ਜੋ ਵਾਪਰ ਰਿਹਾ ਕਿ ਸਾਡਾ ਗਵਾਂਢੀ ਸੂਬਾ ਚਲਾਨਾਂ ਤੋਂ ਪੈਸੇ ਕਮਾਈ ਜਾਂਦਾ, ਸਾਡਾ ਖਜ਼ਾਨਾ ਖਾਲੀ ਹੈ। ਦੱਸਿਓ ਜ਼ਰਾ। ਪਾਰਲੀਮੈਂਟ ਦੇ ਵਿੱਚ ਕਮੇਟੀ ਦੀ ਇੱਕ ਰਿਪੋਰਟ ਪੇਸ਼ ਹੋਈ ਹੈ ਜਿਹਦੇ ਚ ਸਤੰਬਰ 2019 ਤੋਂ ਲੈ ਕੇ ਫਰਵਰੀ 2023 ਦਾ ਯਾਨੀ 42 ਮਹੀਨੇ ਦਾ ਇੱਕ ਡਾਟਾ ਪੇਸ਼ ਕੀਤਾ ਉਹਨਾਂ ਨੇ 4 ਸਟੇਟਾਂ ਦਾ। ਹੋਰ ਵੀ ਸਟੇਟਾਂ ਹੋਣਗੀਆਂ ਲੇਕਿਨ ਖਬਰ ਮੈਂ ਨਸ਼ਰ ਜਿਹੜੀ ਦੇਖੀ ਹੈ ਉਹ 4 ਸਟੇਟਾਂ ਦੀ ਹੈ, ਜਿਹਦੇ ਚ ਕਿਹਾ ਕਿ ਪੰਜਾਬ ਨੇ ਇਹਨਾਂ 42 ਮਹੀਨਿਆਂ ਚ ਸਿਰਫ 20 ਕਰੋੜ ਰੁਪਇਆ ਇਕੱਠਾ ਕੀਤਾ, ਜਦਕਿ ਉਸ ਤੋਂ ਛੋਟਾ ਪ੍ਰਦੇਸ਼ ਹੈ ਚਲੋ ਹਰਿਆਣਾ 997 ਕਰੋੜ ਰੁਪਇਆ ਉਹਨਾਂ ਨੇ ਪੇਸ਼ ਕੀਤਾ। ਸਵਾਲ ਇੱਥੇ ਪੈਸੇ ਦਾ ਨਹੀਂ ਹੈ, ਸਵਾਲ ਇੱਥੇ ਹੈ ਕਿ ਅਸੀਂ ਟ੍ਰੈਫਿਕ ਨੂੰ ਸਮਝਦੇ ਕੀ ਆ। ਦੇਖੋ, ਤੁਸੀਂ ਵੀ ਚੰਡੀਗੜ੍ਹ ਕਈ ਵਾਰ ਆਏ ਹੋਵੋਗੇ, ਚਾਹੇ ਜੀਰਕਪੁਰ ਵਾਲੇ ਪਾਸੋਂ ਆਓ ਚਾਹੇ ਤੁਸੀਂ ਖਰੜ ਵਾਲੇ ਪਾਸੋਂ ਆਓ। ਜਦੋਂ ਵੀ ਇਹ ਖਰੜ ਜਾਂ ਜੀਰਕਪੁਰ ਆਉਂਦਾ ਅਸੀਂ ਫਟਾਫਟ ਆਪਣੀਆਂ ਬੈਲਟਾਂ ਵੀ ਕੱਸ ਲੈਂਦੇ ਹਾਂ, ਸਪੀਡ ਵੀ ਕੰਟਰੋਲ ਕਰ ਲੈਂਦੇ ਹਾਂ, ਜੋ ਵੀ ਹੈ। ਜੇ 2 ਵੀਲਰ ਤੇ ਅਸੀਂ ਹੈਲਮਟ ਵੀ ਨਾਲ ਦੀ ਨਾਲ ਪਾ ਲੈਂਦੇ ਹਾਂ, ਪਰ ਇਹੀ ਚੀਜ਼ਾਂ ਜਿਹੜੀਆਂ ਨੇ ਇੱਧਰ ਲਾਗੂ ਨਹੀਂ ਹੋ ਰਹੀਆਂ। ਇਹਦੇ ਚ ਸਭ ਤੋਂ ਵੱਡਾ ਪੁਆਇੰਟ ਕੀ ਹੈ? ਸਭ ਤੋਂ ਵੱਡਾ ਪੁਆਇੰਟ ਹੈ ਐਕਸੀਡੈਂਟ ਦੀ ਦਰ ਨੂੰ ਘਟਾਉਣਾ। ਦੇਖੋ, ਬੈਂਗਲੌਰ ਇਹੀ ਕੰਮ 2000 ਉਹਨਾਂ ਨੇ ਕੀਤਾ ਸੀ 2010 ਦੇ ਆਸ-ਪਾਸ। ਉਹਨਾਂ ਨੇ ਪੂਰੇ ਸਿਟੀ ਨੂੰ ਕੈਮਰਿਆਂ ਦੇ ਉੱਤੇ ਲੈ ਲਿਆ ਸੀਗਾ। ਤਾਂ ਉਹਨਾਂ ਉਸ ਤੋਂ ਬਾਅਦ ਜਿਹੜੀ ਇਹਦਾ ਕੀ ਨਤੀਜਾ ਸਾਹਮਣੇ ਆਇਆ, ਉਹਦੀ ਇੱਕ ਰਿਪੋਰਟ ਜਿਹੜੀ ਹੈ NDTV ਨੇ ਬਹੁਤ ਲੰਬੀ ਘੰਟੇ ਦਾ ਪ੍ਰੋਗਰਾਮ ਕਰਕੇ ਜਾਰੀ ਕੀਤੀ, ਜਿਹਦੇ ਚ ਉਹਨਾਂ ਦੇ ADGP ਵੀ ਬੈਠੇ ਸੀਗੇ ਜਿਹੜੇ ਟੋਟਲ ਇੰਚਾਰਜ ਸੀ। ਉਹਨਾਂ ਨੇ ਕਿਹਾ ਕਿ ਜਿੱਥੇ ਬੈਂਗਲੌਰ ਦੇ ਵਿੱਚ ਸ਼ਹਿਰ ਦੇ ਵਿੱਚ ਤੇਜ਼ ਗਤੀ ਜਾਂ ਹੋਰ ਕਿਸੇ ਜਿਹੜੀਆਂ ਅਸੀਂ ਟ੍ਰੈਫਿਕ ਰੂਲ ਦੀ ਉਲੰਘਣਾ ਕਰਕੇ ਅਸੀਂ ਐਕਸੀਡੈਂਟਸ ਹੁੰਦੇ ਆ, ਉਹਦੇ ਨਾਲ ਜੇ 100 ਮੌਤਾਂ ਹੁੰਦੀਆਂ ਸੀ ਤਾਂ ਉਹ ਅਸੀਂ ਘਟਾ ਕੇ 3 ਕਰ ਲਈਆਂ ਨੇ। ਪਰ ਸਭ ਤੋਂ ਵੱਡੀ ਜਿਹੜੀ ਸਾਨੂੰ ਉਪਲਬਧੀ ਹਾਸਲ ਹੋਈ ਹੈ ਉਹ ਹੋਈ ਹੈ ਵੀ ਸਨੈਚਿੰਗ ਦੀਆਂ ਘਟਨਾਵਾਂ ਹੁਣ ਬਹੁਤ ਘਟ ਗਈਆਂ ਹੈ, ਕਿਉਂਕਿ ਪੂਰਾ ਸ਼ਹਿਰ ਜਿਹੜਾ ਹੈਗਾ ਉਹ ਕੈਮਰਿਆਂ ਦੇ ਉੱਤੇ ਨੇ। ਇੱਕ ਵੀ ਸਟੈਪ ਇਹ ਜਾਣੀ ਹੈ ਜਿਹੜਾ ਤੁਸੀਂ ਪੱਟੋ ਤੇ ਕੈਮਰੇ ਨੂੰ ਪਤਾ ਨਾ ਹੋਵੇ, ਤਾਂ ਜਿੱਥੇ ਵੀ ਸਨੈਚਰ ਜਾਂਦੇ ਨੇ ਅਸੀਂ ਉਹਨਾਂ ਨੂੰ ਉੱਥੇ ਦਬੋਚ ਲੈਂਦੇ ਹਾਂ। ਤਾਂ ਉਹ ਬਹੁਤ ਘਟ ਗਿਆ ਸੀਗਾ। ਦੇਖੋ, ਇਹ ਇੱਕ ਉਸ ਤੇ ਠੀਕ ਹੈ 320 ਕਰੋੜ ਰੁਪਇਆ ਖਰਚਾ ਆਇਆ 2010 ਦੇ ਵਿੱਚ, ਲੇਕਿਨ ਉਹਦਾ ਦੇਖੋ ਉਹਦੇ ਰਿਜ਼ਲਟ ਕਿੰਨੇ ਅੱਛੇ ਆਏ ਆ। ਜੇ 97 ਮੌਤਾਂ ਅਸੀਂ ਕਹਿੰਦੇ ਆ ਵੀ 97 ਮੌਤਾਂ, ਜ਼ਿੰਦਗੀ ਤਾਂ ਇੱਕੋ ਬਚਾ ਲੈਣੀ ਵੀ ਬਹੁਤ ਉਪਲਬਧੀ ਹੈ, ਪਰ ਜੇ 97% ਮੌਤਾਂ ਉਹਨਾਂ ਨੇ ਘਟਾ ਲਈਆਂ ਨੇ, ਸਨੈਚਿੰਗ ਘਟਾ ਲਈ ਹੈ, ਦੇਖੋ ਕ੍ਰਾਈਮ ਕਿੰਨਾ ਸ਼ਹਿਰ ਦੇ ਵਿੱਚ ਡਾਊਨ ਆ ਗਿਆ। ਇਹੀ ਚੀਜ਼ ਇੱਥੇ ਕਰਨ ਦੀ ਲੋੜ ਹੈ। ਹਜੇ ਪੰਜਾਬ ਦੇ ਵਿੱਚ ਸਿਰਫ 2 ਸ਼ਹਿਰ, ਇੱਕ ਲੁਧਿਆਣਾ ਤੇ ਸ਼ਾਇਦ ਇੱਕ ਅੰਮ੍ਰਿਤਸਰ ਦੇ ਵਿੱਚ ਕਹਿ ਰਿਹਾ ਕਿ ਜੀ CCTV ਕੈਮਰੇ ਲੱਗੇ ਨੇ ਜਿਸ ਤੋਂ ਚਲਾਨ ਜਾਣਗੇ।
ਮੈਨੂੰ ਵੀ ਨਹੀਂ ਲੱਗ ਰਿਹਾ ਕਿ ਹਜੇ ਉਹ ਪੂਰੇ ਨੇ। ਪਰ ਚੰਡੀਗੜ੍ਹ ਦੇ ਵਿੱਚ ਪਿਛਲੇ ਦਿਨੀ ਤੁਹਾਨੂੰ ਯਾਦ ਹੋਊਗਾ ਕੇਂਦਰੀ ਹੋਮ ਮਿਨਿਸਟਰ ਜਿਹੜੇ ਹੈਗੇ ਅਮਿਤ ਸ਼ਾਹ, ਉਹ ਉਦਘਾਟਨ ਕਰਕੇ ਗਏ ਸੀ। ਸਾਰਾ ਸ਼ਹਿਰ ਹੌਲੀ ਹੌਲੀ ਕੈਮਰਿਆਂ ਦੇ ਨਜ਼ਰ 'ਚ ਆ ਰਿਹਾ ਤੇ ਹੁਣ ਲੋਕਾਂ ਨੂੰ ਸਿਫਾਰਿਸ਼, ਪੁਲਿਸ ਵਾਲਿਆਂ ਨੂੰ ਇਹਦੀ ਬੜੀ ਮੌਜ ਹੋ ਗਈ ਹੈ ਇੱਕ ਤਰ੍ਹਾਂ ਦੀ। ਪੈਸੇ ਤਾਂ ਜ਼ਰੂਰ ਉਹਨਾਂ ਨੂੰ ਬਣਨੇ ਘੱਟ ਹੋ ਗਏ, ਪਰ ਜਿਹੜੀ ਸਿਫਾਰਿਸ਼ਾਂ ਆਉਂਦੀਆਂ ਸੀਗੀਆਂ ਉਹ ਬੰਦ ਹੋ ਗਈਆਂ, ਕਿਉਂਕਿ ਚਲਾਨ ਸਿੱਧਾ ਹੀ ਤੁਹਾਡੇ ਘਰ ਆ ਰਿਹਾ ਹੈ। ਪੰਜਾਬ ਦੇ ਵਿੱਚ ਇਹ ਦਿੱਕਤ ਹੈਗੀ ਹੈ। ਅਸੀਂ ਕਈ ਵਾਰ ਸਟੋਰੀਜ਼ ਕੀਤੀਆਂ ਨੇ, ਉਹਨਾਂ ਨਾਲ ਜਦੋਂ ਗੱਲ ਵੀ ਕਰੀਦੀ ਹੈ ਵੀ ਯਾਰ ਚੰਡੀਗੜ੍ਹ ਤੁਸੀਂ ਇਹ ਕਿਉਂ ਨਹੀਂ ਕਰਦੇ ਤੇ ਉੱਥੇ ਕਿਉਂ ਕਰਦੇ ਹੋ, ਤਾਂ ਉਹਨਾਂ ਦਾ ਇੱਕੋ ਹੀ ਉਹ ਹੁੰਦਾ ਜੀ, ਪਕੜਦੇ ਸਾਰ ਹੀ ਉਹ ਪਤਾ ਨਹੀਂ ਕਿੰਨਾ ਤੋਂ ਫੋਨ ਕਰਾਉਂਦੇ ਆ ਤੇ ਸਾਨੂੰ ਫਿਰ ਉਹ ਛੱਡਣੇ ਪੈ ਜਾਂਦੇ ਆ। ਇਹ ਜਿਹੜਾ ਛੱਡਣ ਦਾ ਉਹ ਹੈਗਾ, ਇਹ ਮੈਨੂੰ ਲੱਗਦਾ ਹੈ ਇਸ ਤੇ ਸਾਨੂੰ, ਸਾਡੇ ਪੋਲੀਟੀਸ਼ੀਅਨਾਂ ਨੂੰ ਵੀ, ਬਿਊਰੋਕਰੈਟਸ ਨੂੰ ਵੀ ਸੋਚਣਾ ਪਊਗਾ ਕਿ ਅਸੀਂ ਮਾੜਾ ਕੰਮ ਕਰ ਰਹੇ ਹਾਂ। ਜੇ ਟ੍ਰੈਫਿਕ ਨਿਯਮਾਂ ਦਾ ਉਲੰਘਣ ਹੋ ਰਿਹਾ ਹੈ ਤਾਂ ਇਹ ਮਾੜਾ ਕੰਮ ਹੈ। ਇਹਦੇ ਨਾਲ ਦੇਖੋ, ਤੁਸੀਂ ਬੇਸ਼ੱਕ ਜਿੰਨਾ ਮਰਜ਼ੀ ਸਹੀ ਗੱਡੀ ਚਲਾਈ ਜਾਓ, ਲੇਕਿਨ ਕੋਈ ਬੰਦਾ ਜਿਹਨੂੰ ਤੁਸੀਂ ਅੱਜ ਇਹ ਛੂਟ ਦੇਤੀ ਹੈ, ਉਹ ਤੁਹਾਡੇ ਲਈ ਵੀ ਮੁਸੀਬਤ ਦਾ ਕਾਰਨ ਬਣ ਸਕਦਾ ਹੈ। ਇਸ ਕਰਕੇ ਇਹਦੇ ਵੱਲ ਥੋੜਾ ਜਿਹਾ ਮੈਨੂੰ ਲੱਗਦਾ ਕਿ ਸਖਤੀ ਕਰਨ ਦੀ ਲੋੜ ਹੈ। ਇੰਦਰਪ੍ਰੀਤ ਜੀ, ਇਹ ਆਦਰਸ਼ਵਾਦ ਮੰਨਿਆ ਜਾਊਗਾ ਲੋਕਾਂ ਵੱਲੋਂ ਸਾਡੀਆਂ ਇਹ ਗੱਲਾਂ ਕਰਨੀਆਂ, ਕਿਉਂਕਿ ਕਦੇ ਨਾ ਕਦੇ ਤੁਸੀਂ ਵੀ ਕਿਸੇ ਲਈ ਫੋਨ ਕੀਤਾ ਹੋਣਾ, ਕੋਈ ਸੱਜਣ ਮਿੱਤਰ ਕਿਸੇ ਨਾਕੇ ਤੇ ਫਸਿਆ, ਉਹਦਾ ਫੋਨ ਆ ਜੇ ਉਹ ਫੋਨ ਫੜ ਕੇ ਤੁਸੀਂ ਕਿਸੇ ਨਾਲ ਗੱਲ ਨਾ ਕਰੋ ਤੇ ਉਹ ਰਿਸ਼ਤੇਦਾਰੀ, ਸੱਜਣ ਮਿੱਤਰ ਦੀ ਜਿਹੜੀ ਨਾਰਾਜ਼ਗੀ ਉਹ ਝੱਲਣੀ ਪੈਂਦੀ ਹੈ ਵੀ ਬੜਾ ਫੰਨੇ ਕਾ ਸਮੇਂ ਤੱਕ ਫੋਨ ਹੀ ਸੀ ਨਾ, ਏਡੀ ਕਿਹੜੀ ਗੱਲ ਸੀ, ਮੈਂ ਨਾਕੇ ਤੇ ਖਲੋਤਾ ਸੀ, ਮੇਰੇ ਕਹਿਣ ਤੇ ਗੱਲ ਨਹੀਂ ਕੀਤੀ। ਇਹ ਸਾਡੇ ਆ ਸ਼ਿਸ਼ਟਾਚਾਰ, ਕਲਚਰ। ਤੇ ਪੁਲਿਸ ਵਾਲੇ ਵੀ ਵਿਚਾਰੇ, ਉਹਨਾਂ ਨੂੰ ਤੁਸੀਂ ਕਹਿ ਦਿਓ ਜੀ ਮੈਂ ਫਲਾਣਾ ਜਰਨਲਿਸਟ ਬੋਲਦਾ ਜੀ, ਮੈਂ ਫਲਾਣਾ ਲੀਡਰ ਬੋਲਦਾ, ਤੇ ਉਹ ਕਹਿੰਦੇ ਯਾਰ ਕਿਤੇ ਕੰਮ ਪੈ ਜਾਊਗਾ, ਚਲੋ ਨਾ ਮੰਨੀ ਚੰਗਾ ਨਹੀਂ ਲੱਗੂਗਾ, ਕਿਉਂਕਿ ਉਹ ਸਾਹਮਣੇ ਨੇਮ ਪਲੇਟ ਤੇ ਲੱਗੀ ਹੁੰਦੀ, ਫਲਾਣੇ ਨਾਕੇ ਤੇ ਕੌਣ ਸੀ ਪਤਾ ਤੇ ਲੱਗ ਹੀ ਜਾਂਦਾ। ਇਹ ਵੱਖਰੀ ਗੱਲ ਆ, ਪਰ ਉਂਝ ਕਈ ਝੋਲ ਵੀ ਨੇ। ਤੁਸੀਂ ਕੈਮਰਿਆਂ ਦੀ ਗੱਲ ਕਰਦੇ ਹੋ, ਪਿੱਛੇ ਇੱਕ RTI ਨੇ ਖੂਬ ਹਸਾਇਆ ਲੋਕਾਂ ਨੂੰ। ਚੰਡੀਗੜ੍ਹ ਦੇ ਵਿੱਚ ਮੇਰੇ ਤੁਹਾਡੇ ਵਰਗੇ ਕੈਮਰੇ ਵੱਲ ਵੇਖ ਅੱਛਾ ਕੈਮਰਾ ਹੈਗਾ ਹੀ ਆ, ਹੈ ਵੀ ਵੱਡਾ ਜਿਹਾ ਹੀ, ਇਹ ਕੈਪਚਰ ਵੀ ਕਰਦਾ ਹੋਣਾ। ਉਹ ਸਾਰਾ ਕੁਝ ਹੀ ਉੱਥੇ ਲੋਕ ਵੇਖ ਕੇ ਲੰਘਦੇ। ਪਤਾ ਲੱਗਿਆ ਬਾਅਦ ਦੇ ਵਿੱਚ 50% ਤੋਂ ਵੱਧ ਕੈਮਰੇ ਚੱਲਦੇ ਹੀ ਨਹੀਂ ਸੀ ਪਏ। ਉਹ ਜਦੋਂ RTI ਆਈ, ਕਈਆਂ ਨੇ ਸੋਚਿਆ ਐਵੇਂ ਯਾਰ ਉੱਥੇ ਫਲਾਣੇ ਤਾਂ ਘਬਰਾ ਗਏ, 2 ਦਿਨ ਜਾਨ ਸੁੱਕੀ ਰਹੀ ਵੀ ਆਪਾਂ ਤਾਂ ਆਪਣਾ ਰੈੱਡ ਲਾਈਟ ਕ੍ਰਾਸ ਕਰ ਲਈ ਸੀ। ਭਾਸਕਰ ਸਾਹਿਬ, ਯਾਰ ਤੁਹਾਡੇ ਜਲੰਧਰ ਦਾ ਮਾਮਲਾ ਰਹਿ ਗਿਆ, ਜਗਬੀਰ ਸਿੰਘ ਬਰਾੜ ਛਾਲ ਮਾਰ ਕੇ ਅਚਨਚੇਤ, ਪਤਾ ਹੀ ਨਹੀਂ ਲੱਗਣ ਦਿੱਤਾ ਕਿਸੇ ਨੂੰ। ਉੱਥੇ ਤਾਂ ਆਪਣੇ ਓਲੰਪੀਅਨ ਵੀ ਸੀਗੇ ਜਿਨ੍ਹਾਂ ਨੇ ਇਲੈਕਸ਼ਨ ਲੜੀ ਸੀ, ਇੱਕ ਮਿਆਨ 'ਚ 2 ਤਲਵਾਰਾਂ, ਉਧਰੋਂ ਓਲੰਪੀਅਨ ਸੋਢੀ ਸਾਹਿਬ, ਇਧਰੋਂ ਜਗਬੀਰ ਬਰਾੜ ਚਲੇ ਗਏ। ਜ਼ਿਆਦਾ ਪ੍ਰਭਾਵਸ਼ਾਲੀ ਕੌਣ? ਉੱਥੇ ਤੇ DSP ਤਹਿਸੀਲਦਾਰ ਦੀ ਬੜੀ ਮੱਤ ਵੱਜਿਆ ਕਰੂਗੀ। ਤੇ ਹੁਣ ਇਹ ਲੜਾਈ ਹੋਰ ਵੀ ਹਲਕਿਆਂ 'ਚ ਜਾਊਗੀ, ਕਿਉਂਕਿ ਜਲੰਧਰ ਜ਼ਿਮਨੀ ਚੋਣ ਨੇ ਕਈ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਮੰਥਨ ਕਰਨ ਤੇ ਲਾਇਆ ਕਿ ਚਲੇ ਹੀ ਚਾਹੀਏ ਸੱਤਾਧਾਰੀਆਂ ਨਾਲ, ਕਿਹੜੇ ਵੱਡੇ ਆਗੂ ਆ, ਇੱਥੇ ਵੱਡੇ ਹੋਣ ਦੇ ਚਾਂਸ ਜ਼ਿਆਦਾ। ਕੀ ਕਹਿੰਦੇ? ਜਗਬੀਰ ਬਰਾੜ ਦੇ ਆਮ ਆਦਮੀ ਪਾਰਟੀ ਜੁਆਇਨ ਕਰਨ ਵਾਸਤੇ ਬਾਅਦ ਤੋਂ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਲੱਗਿਆ। 3 ਦਿਨ ਪਹਿਲੇ ਜਦ ਸੁਖਬੀਰ ਸਿੰਘ ਬਾਦਲ ਫਰੀਦਕੋਟ ਕੋਰਟ ਦੇ ਵਿੱਚ ਪੇਸ਼ ਹੋਣ ਵਾਸਤੇ ਗਏ ਸੀ, ਤਦ ਵੀ ਜਗਬੀਰ ਸਿੰਘ ਬਰਾੜ ਨਾਲ ਸੀਗੇ। ਜਗਬੀਰ ਬਰਾੜ ਬਾਦਲ ਪਰਿਵਾਰ ਦੇ ਕਾਫੀ ਕਲੋਜ਼ ਨੇ। ਉਹ 2007 ਵਿੱਚ ਇਹ ਪੋਲਿਟਿਕਸ ਵਿੱਚ ਆਏ ਸੀ, ਪਹਿਲੇ ਉਸ ਤੋਂ BDPO ਹੁੰਦੇ ਸੀਗੇ। ਅਕਾਲੀ ਦਲ ਦੀ ਟਿਕਟ ਤੋਂ ਜਲੰਧਰ ਕੈਂਟ ਤੋਂ ਲੜੇ ਸੀਗੇ, ਬੜੀ ਸ਼ਾਨਦਾਰ ਜਿੱਤ ਹਾਸਿਲ ਕੀਤੀ ਸੀ। 5 ਸਾਲ MLA-ਸ਼ਿਪ ਉਹਨਾਂ ਨੇ ਪੂਰੀ ਨਹੀਂ ਕੀਤੀ, ਫਿਰ PPP ਬਣਾਈ ਮਨਪ੍ਰੀਤ ਸਿੰਘ ਬਾਦਲ ਉਹਨਾਂ ਨੇ, ਤੇ ਮਨਪ੍ਰੀਤ ਸਿੰਘ ਬਾਦਲ ਦੇ ਨਾਲ PPP ਦੇ ਵਿੱਚ ਚਲੇ ਗਏ। 2012 ਤੋਂ ਪਹਿਲੇ PPP ਛੱਡ ਕੇ ਉਹ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ, ਕਾਂਗਰਸ ਤੋਂ ਇਲੈਕਸ਼ਨ ਲੜਦੇ ਨੇ ਔਰ ਉਹਨਾਂ ਦੇ ਅਗੇਂਸਟ ਅਕਾਲੀ ਦਲ ਦੇ ਕੈਂਡੀਡੇਟ ਪ੍ਰਗਟ ਸਿੰਘ ਹੋਣਾ ਉਹ ਖੜਦੇ ਨੇ ਤੇ ਜਿੱਤਦੇ ਵੀ ਨੇ। ਫਿਰ 2017 ਦੇ ਵਿੱਚ ਉਹਨਾਂ ਦੇ ਨਾਲ ਕੁਝ ਐਦਾਂ ਦੀ ਗੱਲ ਹੋ ਜਾਂਦੀ ਹੈ ਜਿਹਦੇ ਕਰਕੇ ਕਾਂਗਰਸ ਦੀ ਟਿਕਟ ਦੇ ਉੱਤੇ ਪ੍ਰਗਟ ਸਿੰਘ ਲੜਦੇ ਨੇ ਤੇ ਇਹਨਾਂ ਨੂੰ ਆਪਣੀ ਸੀਟ ਚੇਂਜ ਕਰਨੀ ਪੈਂਦੀ ਹੈ ਨਕੋਦਰ, ਔਰ ਨਕੋਦਰ ਦੇ ਵਿੱਚ ਉਹਨਾਂ ਦਾ ਮੁਕਾਬਲਾ ਆਪਣੇ ਹੀ ਕਜ਼ਨ ਬ੍ਰਦਰ ਜਿਹੜੇ ਗੁਰਪ੍ਰਤਾਪ ਸਿੰਘ ਵਡਾਲਾ ਉਹਨਾਂ ਦੇ ਨਾਲ ਹੁੰਦਾ ਔਰ ਹਾਰ ਜਾਂਦੇ ਨੇ ਇਲੈਕਸ਼ਨ। 2022 ਦੇ ਵਿੱਚ ਫਿਰ ਇਹ ਇੱਕ ਵਾਰ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੁੰਦੇ ਨੇ ਔਰ ਸਾਹਮਣੇ ਹੁੰਦੇ ਨੇ ਐਤਕੀ ਕਾਂਗਰਸ ਤੋਂ ਪ੍ਰਗਟ ਸਿੰਘ। ਯਾਨੀ ਇਹ ਜਿਹੜੀ ਸੀਟਾਂ ਦੀ ਅਦਲਾ ਬਦਲੀ ਹੈ ਉਹ ਜਲੰਧਰ ਕੰਟੋਨਮੈਂਟ ਦੇ ਵਿੱਚ ਜਗਬੀਰ ਸਿੰਘ ਬਰਾੜ ਦੇ ਨਾਲ ਬਹੁਤ ਵਾਰ ਹੋਈ ਹੈ। ਔਰ ਕੁਝ ਲੋਕ ਤੇ ਪੋਲੀਟੀਕਲ ਲੋਕ ਇਹ ਵੀ ਕਹਿੰਦੇ ਨੇ ਧੱਕਾ ਵੀ ਜਗਬੀਰ ਸਿੰਘ ਬਰਾੜ ਨਾਲ ਬਹੁਤ ਹੋਇਆ, ਕਿਉਂਕਿ ਉਹ ਸਦਾ ਹੀ ਇੱਕ ਜਿੱਤੂ ਕੈਂਡੀਡੇਟ ਦੇ ਤੌਰ ਤੇ ਜਲੰਧਰ ਕੈਂਟ ਦੇ ਵਿੱਚੋਂ ਦੇਖੇ ਗਏ ਸੀ ਕਾਂਗਰਸ ਦੇ। ਪਰ ਪ੍ਰਗਟ ਸਿੰਘ ਦੀ ਐਂਟਰੀ ਨਵਜੋਤ ਸਿੰਘ ਸਿੱਧੂ ਦੇ ਨਾਲ ਉਹ ਆਪਣੇ ਆਪ ਵਿੱਚ ਇਹਨਾਂ ਨੂੰ ਸ਼ਿਫਟ ਕਰਨ ਵਾਸਤੇ ਮਜਬੂਰ ਕਰਦੀ, ਉਹ ਵੀ ਤਦ ਜਦ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਖਾਸ ਇੱਕ ਤਰੀਕੇ ਨਾਲ ਕਲੋਜ਼ ਕੌਨਫੀਡੈਂਟ ਦੇ ਤੌਰ ਤੇ ਜਗਬੀਰ ਸਿੰਘ ਬਰਾੜ ਜਾਣੇ ਜਾਂਦੇ ਸੀ। ਔਰ ਜੇ ਉਸ ਟਾਈਮ ਅਗਰ ਇਹ ਕਾਂਗਰਸ ਦੀ ਟਿਕਟ ਤੇ ਲੜਦੇ ਜਿੱਤਦੇ ਵੀ। ਹੁਣ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਦਾਮਨ ਥਾਮ ਲਿਆ, ਇਹ ਇੱਕ ਝਟਕਾ ਹੈਗਾ।
ਔਰ ਕੱਲ ਹੀ ਭਾਜਪਾ ਨੇ ਵੀ ਇੱਕ ਪ੍ਰੈਸ ਕਾਨਫਰੰਸ ਕਰਕੇ ਅਕਾਲੀ ਦਲ ਦੇ ਹੀ ਬਲਾਕ ਲੈਵਲ ਦੇ ਕਈ ਲੀਡਰਾਂ ਨੂੰ ਪਾਰਟੀ ਜੁਆਇਨ ਕਰਾਈ ਹੈ। ਯਾਨੀ ਅਕਾਲੀ ਦਲ ਨੂੰ ਜਲੰਧਰ ਜਿੱਥੇ ਬਾਈ ਇਲੈਕਸ਼ਨ ਡਿਊ ਹੈ ਉੱਥੇ ਲਗਾਤਾਰ ਝਟਕਾ ਮਿਲ ਰਿਹਾ। ਹੁਣ ਅਕਾਲੀ ਦਲ ਦਾ ਆਉਣ ਵਾਲੇ ਟਾਈਮ ਵਿੱਚ ਕੈਂਡੀਡੇਟ ਕੌਣ ਹੋਏਗਾ, ਔਰ ਉਸ ਕੈਂਡੀਡੇਟ ਦੇ ਨਾਂ ਤੇ ਵੀ ਇੱਕ ਕਨਫਿਊਜ਼ਨ ਜਿਹਾ ਬਣਿਆ ਹੋਇਆ। ਕੁਝ ਲੋਕਾਂ ਦੇ ਵਿੱਚ ਇਹ ਵੀ ਗੱਲ ਚੱਲਦੀ ਹੈ ਕਿ ਅਕਾਲੀ ਦਲ ਦੇ ਇੱਕ ਹੋਰ ਵੱਡੇ ਲੀਡਰ ਜਿਹੜੇ ਇੱਥੇ ਦੀ ਸੀਟ ਵਾਸਤੇ ਕਲੇਮੈਂਟ ਵੀ ਹੈਗੇ ਨੇ, ਉਹ ਛੱਡ ਕੇ ਕੋਈ ਦੂਜੀ ਪਾਰਟੀ ਜੁਆਇਨ ਕਰ ਸਕਦੇ ਨੇ। ਕਿੰਨੀ ਕੁ ਗੱਲ ਸੱਚ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂ। ਜ਼ੋਰ ਲੱਗਿਆ ਪਿਆ। ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਉਮੀਦਵਾਰ ਚਾਹੀਦਾ ਹੈ, ਉਹ ਉਮੀਦਵਾਰ ਜਿਹੜਾ ਇੱਥੇ ਜੜ੍ਹਾਂ ਵੀ ਰੱਖਦਾ ਹੋਵੇ ਔਰ ਜਿਹਨੂੰ ਇੱਥੋਂ ਦੀਆਂ ਗਿਣਤੀਆਂ ਮਿਣਤੀਆਂ ਦਾ ਪਤਾ ਵੀ ਹੋਵੇ ਤੇ ਲੋਕ ਸਾਈਕੀ ਉਹਨੂੰ ਪ੍ਰਵਾਨ ਵੀ ਕਰ ਸਕੇ, ਦਾਗਦਾਰ ਵੀ ਨਾ ਹੋਵੇ। ਮੈਂ ਇੰਦਰਪ੍ਰੀਤ ਜੀ ਇਹਦੇ ਉੱਤੇ ਜੇ ਤੁਸੀਂ ਟਿੱਪਣੀ ਦੇਣੀ ਆ ਤਾਂ ਵੈਲਕਮ, ਨਾਲ ਤੁਸੀਂ ਉਹ ਜਿਹੜਾ ਰਾਹੁਲ ਗਾਂਧੀ ਵਾਲਾ ਚੈਪਟਰ ਆ ਉਹਨੂੰ ਵੀ ਛੇੜੋ ਜ਼ਰਾ। ਰੰਧਾਵਾ ਸਾਹਿਬ, ਇਹਦੇ ਵਿੱਚ ਨਾ ਦੇਖੋ ਇੱਕ ਚੀਜ਼ ਹੈ, ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਜਿਹੜੀ ਸੰਗਰੂਰ ਬਾਈ ਇਲੈਕਸ਼ਨ ਹਾਰੀ ਹੈ ਉਸ ਤੋਂ ਇੱਕ ਵੱਡਾ ਸਬਕ ਸਿੱਖਿਆ ਕਿ ਕੋਈ ਵੀ ਇਲੈਕਸ਼ਨ ਦੇ ਦੌਰਾਨ ਕੋਈ ਵੀ ਤੀਰ ਖਾਲੀ ਨਹੀਂ ਜਾਣਾ ਚਾਹੀਦਾ। ਇਸ ਕਰਕੇ ਜਿਹੜੀ ਆਹ ਪ੍ਰਯਾਸ ਹੋਇਆ ਹੈ, ਹਜੇ ਤੱਕ ਦੇਖੋ ਕੈਂਡੀਡੇਟ ਤਾਂ ਆਮ ਆਦਮੀ ਪਾਰਟੀ ਕੋਲੇ ਹਜੇ ਵੀ ਨਹੀਂ ਹੈ। ਜਗਬੀਰ ਬਰਾੜ ਜਿਹੜੇ ਹੈ ਉਹ ਹਜੇ ਕਿਉਂਕਿ ਅਪਰ ਕਾਸਟ ਨਾਲ ਸੰਬੰਧਿਤ ਹੈਗੇ ਆ ਤੇ ਇਸ ਕਰਕੇ ਉਹ ਸੀਟ ਰਿਜ਼ਰਵ ਹੈ ਤੇ ਉਹ ਤਾਂ ਹਜੇ ਉਹਨਾਂ ਦਾ ਜਿਹੜਾ ਕੈਂਡੀਡੇਟ ਵਾਲਾ ਹੈ, ਇੱਕ ਸਸ਼ਕਤ ਕੈਂਡੀਡੇਟ ਵਾਲਾ ਇਸ਼ੂ ਹੈ, ਉਹ ਤਾਂ ਹਜੇ ਉੱਥੇ ਹੀ ਖੜਾ ਹੈ। ਪਰ ਜਿਸ ਤਰ੍ਹਾਂ ਜਗਮੀਰ, ਕਿਉਂਕਿ ਇਹ ਕੌਂਸਟੀਚੁਐਂਸੀ ਦੇ ਵਿੱਚ ਸੀਟ ਪੈਂਦੀ ਹੈ, ਇਸ ਕਰਕੇ ਜਿਸ ਤਰ੍ਹਾਂ ਦੀ ਤਿਆਰੀ ਹੈ ਉਹ ਦੇਖਣ ਵਾਲੀ ਹੈ। ਇਸ ਤੋਂ ਇੱਕ ਦਿਨ ਪਹਿਲਾਂ ਹੀ ਸੱਚਖੰਡ ਬੱਲਾ ਜਿਹਦਾ ਬਹੁਤ ਪ੍ਰਭਾਵ ਹੈ ਇਸ ਖੇਤਰ ਦੇ ਵਿੱਚ, ਉਹ ਉੱਥੇ ਜਾ ਕੇ ਆਏ ਨੇ ਸਾਰੇ, ਤੇ ਹੁਣ ਜਗਬੀਰ ਬਰਾੜ ਨੂੰ ਅੰਦਰ ਲੈ ਆਏ ਆ ਇੱਕ ਕੌਂਸਟੀਚੁਐਂਸੀ ਤੋਂ। ਮੈਨੂੰ ਲੱਗਦਾ ਕਿ ਇਸ ਵਾਰ ਜਿਹੜੀ ਸਰਕਾਰ ਹੈ ਉਹ ਪੂਰੀ ਤਿਆਰੀ ਨਾਲ ਜਿਹੜੀ ਹੈਗੀ ਹੈ ਉਹ ਜਾਏਗੀ ਇਲੈਕਸ਼ਨ ਦੇ ਵਿੱਚ। ਇਸ ਵਾਰੀ ਉਹ ਦਾਗ ਜਿਹੜਾ ਸੰਗਰੂਰ ਲੱਗ ਗਿਆ ਸੀ ਉਹਨੂੰ ਜ਼ਰੂਰ ਧੋਣਾ ਚਾਹੀਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਹਾਂ, ਇਹ ਤਾਂ ਗੱਲ ਬਿਲਕੁਲ ਠੀਕ ਹੈ। ਭਾਵੇਂ ਸਰਕਾਰ ਇਹਨਾਂ ਦਿਨਾਂ ਤੇ ਥੋੜੀ ਬੈਕਫੁੱਟ ਤੇ ਗਈ ਆ, ਸਿੱਖ ਸਾਈਕੀ ਥੋੜਾ ਜਿਹਾ ਨਾਰਾਜ਼ਗੀ ਵਰਗੀ ਗੱਲ 'ਚ ਹੈ, ਪਰ ਮੈਨੂੰ ਲੱਗਦਾ ਹੈ ਕਿ ਅਜੇ ਸਮਾਂ ਪਿਆ, ਕਿਉਂਕਿ ਸਰਕਾਰਾਂ ਨੂੰ ਇਹ ਕ੍ਰੈਡਿਟ ਰਹਿੰਦਾ। ਮਾਝਾ ਔਰ ਦੁਆਬਾ ਇੱਕ ਐਸਾ ਰੀਜਨ ਹੈ ਜਿਹਦੇ ਵਿੱਚ ਲੋਕ ਸੱਤਾ ਨਾਲ ਜੁੜ ਕੇ ਖੁਸ਼ ਹੁੰਦੇ ਆ ਕੰਮ ਧੰਦੇ ਕਰਾਉਣ ਲਈ। ਮੈਨੂੰ ਲੱਗਦਾ ਇਹ ਕ੍ਰੈਡਿਟ ਹੈਗਾ। ਇਹ ਜ਼ਿਮਨੀ ਚੋਣ ਦਾ ਜਿਹੜਾ ਪੁਰਾਣਾ ਇਤਿਹਾਸ ਆ ਉਹ ਇੱਥੇ ਦੁਹਰਾਇਆ ਵੀ ਜਾ ਸਕਦਾ ਹੈ, ਆਮ ਆਦਮੀ ਪਾਰਟੀ ਨੂੰ ਫਾਇਦਾ ਹੋ ਸਕਦਾ। ਪਰ ਅਗਲੇ ਦਿਨਾਂ ਦੇ ਵਿੱਚ ਕਿਹੜੇ ਕਿਹੜੇ ਨੈਰੇਟਿਵ ਸੈੱਟ ਹੁੰਦੇ ਆ, ਕਿਹੜੇ ਕਿਹੜੇ ਨਵੇਂ ਬਰਤਾਂਤ ਘੜੇ ਜਾਂਦੇ ਆ, ਕਿਹੜੀਆਂ ਕਿਹੜੀਆਂ ਨਵੀਆਂ ਘਟਨਾਵਾਂ ਵਾਪਰਦੀਆਂ, ਵਿਜੀਲੈਂਸ ਦੇ ਨਜ਼ਰੀਏ ਤੋਂ, ਹੋਰ ਜਿਹੜੇ ਬਾਕੀ ਕੇਸਿਸ ਦੇ ਨਜ਼ਰੀਏ ਤੋਂ, ਖਾਸ ਤੌਰ ਤੇ ਬੇਅਦਬੀ ਨਾਲ ਜੁੜੀਆਂ ਜਿਹੜੀਆਂ ਘਟਨਾਵਾਂ ਨੇ, ਜਾਂਚ ਦੇ ਨਜ਼ਰੀਏ ਤੋਂ, SIT, ਇਹ ਬੜੀਆਂ ਅਹਿਮ ਰਹਿਣ ਵਾਲੀਆਂ ਕਿ ਅਗਲੇ ਦਿਨਾਂ 'ਚ ਸਰਗਰਮੀ ਕਿਹੋ ਜਿਹੀ ਹੁੰਦੀ ਹੈ। ਕਾਂਗਰਸ ਲਈ ਵੀ ਕਾਫੀ ਵੱਡਾ ਝਟਕਾ ਹੈਗਾ, ਹਾਲਾਂਕਿ ਉਹਨਾਂ ਦੀ ਹੋਮ ਟਰਫ ਹੈ ਇੱਕ ਤਰ੍ਹਾਂ ਨਾਲ, ਪਰ ਔਖਾ ਹੈ ਥੋੜਾ ਜਿਹਾ। ਭਾਸਕਰ ਸਾਹਿਬ, ਕੱਲ ਪ੍ਰਿਯੰਕਾ ਗਾਂਧੀ ਦੀ ਤਕਰੀਰ ਕਾਫੀ ਜੋਸ਼ੀਲੀ ਸੀਗੀ। ਰਾਹੁਲ ਗਾਂਧੀ ਨੇ ਆਪਣੇ ਟਵਿੱਟਰ ਹੈਂਡਲ ਤੇ ਲਿਖ ਦਿੱਤਾ ਵੀ ਅਯੋਗ MP, ਤੇ ਹੁਣ ਇਹ ਲੜਾਈ ਸਾਰੇ ਦੇਸ਼ ਵਿੱਚ ਕਾਂਗਰਸ ਨੇ ਫੈਲਾਉਣ ਦਾ ਯਤਨ ਕੱਲ ਕੀਤਾ, ਕਾਫੀ ਰੋਸ ਮੁਜ਼ਾਹਰੇ ਹੋਏ, ਫਾਇਦਾ ਹੁੰਦਾ ਦੱਸਿਆ। ਬਿਲਕੁਲ, ਕੱਲ ਕਾਂਗਰਸ ਨੇ ਆਪਣਾ ਸੱਤਿਆਗ੍ਰਹਿ ਲਾਂਚ ਕਰਤਾ, ਔਰ ਨਾ ਕੇਵਲ ਦਿੱਲੀ ਦੇ ਵਿੱਚ ਬਲਕਿ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਕੱਲ ਸੱਤਿਆਗ੍ਰਹਿ ਚੱਲਿਆ। ਪੰਜਾਬ ਦੇ ਵਿੱਚ ਵੀ ਚੱਲਿਆ। ਦਿੱਲੀ ਦੇ ਵਿੱਚ ਰਾਜਘਾਟ ਦੇ ਵਿੱਚ ਅੰਦਰ ਜਾਣ ਦੀ ਇਜਾਜ਼ਤ ਤੇ ਸਰਕਾਰ ਨੇ ਨਹੀਂ ਦਿੱਤੀ, ਪਰ ਹਾਂ ਰਾਜਘਾਟ ਤੋਂ ਬਾਹਰ ਇਹ ਸੱਤਿਆਗ੍ਰਹਿ ਪੂਰੇ ਜ਼ੋਰ ਸ਼ੋਰ ਨਾਲ ਚੱਲਿਆ। ਯੂਪੀ ਤੋਂ ਕਾਫਿਲੇ ਭਰ ਕੇ ਉੱਥੇ ਆਏ ਹੋਏ ਸੀਗੇ। ਪ੍ਰਿਯੰਕਾ ਗਾਂਧੀ ਨੇ ਇੱਕ ਆਪਣੀ ਜੋਸ਼ੀਲੀ ਸਪੀਚ ਦਿੱਤੀ, ਔਰ ਉਹਨਾਂ ਨੇ ਉਸ ਸਪੀਚ ਦੇ ਵਿੱਚ ਉਹਨਾਂ ਗੱਲਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਗੱਲਾਂ ਦੇ ਉੱਤੇ ਗਾਂਧੀ ਪਰਿਵਾਰ ਆਪਣੇ ਆਪ ਨੂੰ ਅਪਮਾਨਿਤ ਕਰਨ ਦੀ ਕੋਸ਼ਿਸ਼ ਕਹਿੰਦਾ ਹੈ ਕਿ ਸਰਕਾਰ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਹਨਾਂ ਨੇ ਕਈ ਵਾਰ ਗਾਂਧੀ ਪਰਿਵਾਰ ਨੂੰ ਅਪਮਾਨਿਤ ਕੀਤਾ, ਔਰ ਪਾਰਲੀਮੈਂਟ ਦੇ ਵਿੱਚ ਵੀ ਤੇ ਪਾਰਲੀਮੈਂਟ ਦੇ ਬਾਹਰ ਵੀ। ਉਹ ਗੱਲ ਕਹਿੰਦੀ ਹੈ ਕਿ ਅੱਜ ਰਾਹੁਲ ਗਾਂਧੀ ਨੂੰ ਮੀਰ ਜਾਫਰ ਕਿਹਾ ਜਾਂਦਾ। ਮੀਰ ਜਾਫਰ ਮਤਲਬ ਗੱਦਾਰ। ਕਿਹਦਾ ਗੱਦਾਰ? ਫਿਰ ਉਹ ਕਹਿੰਦੇ ਨੇ, ਇੱਥੇ ਤੱਕ ਵੀ ਪੁੱਛਿਆ ਗਿਆ ਕਿ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਨੇ ਆਪ ਕਿਹਾ ਕਿ ਰਾਹੁਲ ਗਾਂਧੀ ਨੂੰ ਤੇ ਇਹ ਵੀ ਨਹੀਂ ਪਤਾ ਕਿ ਇਹਨਾਂ ਦੀ ਮਾਂ ਕੌਣ ਹੈ। ਯਾਨੀ ਗਾਂਧੀ ਪਰਿਵਾਰ ਦੇ ਏਦਾਂ ਦੇ ਨਿੱਜੀ ਅਟੈਕ ਕੀਤੇ ਗਏ ਭਾਜਪਾ ਦੇ ਆਗੂਆਂ ਦੁਆਰਾ, ਉਹਦਾ ਜ਼ਿਕਰ ਪ੍ਰਿਯੰਕਾ ਗਾਂਧੀ ਨੇ ਕੀਤਾ ਕੱਲ ਉਸ ਸਪੀਚ ਦੇ ਵਿੱਚ। ਫਿਰ ਉਸ ਪੱਪੂ ਦਾ ਵੀ ਜ਼ਿਕਰ ਕੀਤਾ ਕਿ ਰਾਹੁਲ ਗਾਂਧੀ ਜਿਹੜਾ ਬੜਾ ਕੁਆਲੀਫਾਈਡ ਹੈਗਾ, ਉਹਨੂੰ ਭਾਜਪਾ ਨੇ ਪੱਪੂ ਬਣਾਇਆ। ਉਹ ਪੱਪੂ ਭਾਰਤ ਜੋੜੋ ਯਾਤਰਾ ਦੇ ਵਿੱਚ ਨਿਕਲਿਆ ਤੇ ਉਹਨਾਂ ਨੂੰ ਲੱਗਿਆ ਨਹੀਂ ਹੈ ਤੇ ਪੱਪੂ ਨਹੀਂ ਹੈ, ਤੇ ਹੁਣ ਉਸ ਪੱਪੂ ਨੂੰ ਚੁੱਪ ਕਰਾਉਣ ਵਾਸਤੇ ਇਹ ਸਾਰੀ ਕਵਾਇਦ ਡਿਸਕੁਆਲੀਫਿਕੇਸ਼ਨ ਤੱਕ ਪਹੁੰਚ ਗਈ ਹੈ। ਯਾਨੀ ਉਹ ਜੋਸ਼ੀਲੀ ਸਪੀਚ ਦੇ ਵਿੱਚ ਨਹਿਰੂ ਸਰਨੇਮ ਦੀ ਜਿਹੜੀ ਗੱਲ ਮੋਦੀ ਉਹਨਾਂ ਨੇ, ਪ੍ਰਾਈਮ ਮਿਨਿਸਟਰ ਮੋਦੀ ਨੇ ਪਾਰਲੀਮੈਂਟ ਦੇ ਵਿੱਚ ਕੀਤੀ ਸੀਗੀ, ਉਹਦਾ ਵੀ ਜ਼ਿਕਰ ਕੀਤਾ ਕਿ ਉਹ ਕਸ਼ਮੀਰੀ ਪੰਡਿਤਾਂ ਦਾ ਅਪਮਾਨ ਹੈ।
ਨੀਰਵ ਮੋਦੀ ਉਹਨਾਂ ਦਾ, ਲਲਿਤ ਮੋਦੀ ਉਹਨਾਂ ਦਾ, ਮੇਹੁਲ ਚੋਕਸੀ ਉਹਨਾਂ ਦਾ ਨਾਮ ਵੀ ਆਪਣੀ ਸਪੀਚ ਦੇ ਵਿੱਚ ਲਿੱਤਾ ਕਿ ਦੱਸੋ ਇਹ ਓਬੀਸੀ ਹੈ। ਇਹਨਾਂ ਦਾ ਅਪਮਾਨ ਕਰਨਾ, ਇਹਨਾਂ ਦੇ ਬਾਰੇ ਚ ਗੱਲਾਂ ਕਰਨਾ, ਉਹਦੇ ਵਿੱਚ ਕੀ ਗੱਲ ਗਲਤ ਹੈ? ਪਰਸੋਂ ਜਦ ਰਾਹੁਲ ਗਾਂਧੀ ਉਹਨਾਂ ਆਪਣੀ ਪ੍ਰੈਸ ਕਾਨਫਰੰਸ ਕਰ ਰਹੇ ਸੀ, ਅਸੀਂ ਕੱਲ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਸੀ, ਉਹਨਾਂ ਨੇ ਆਪਣੀ ਅਯੋਗਤਾ ਨੂੰ, ਡਿਸਕੁਆਲੀਫਿਕੇਸ਼ਨ ਨੂੰ ਇੱਕ ਸਪੈਸ਼ਲ ਗਿਫਟ ਮੰਨਿਆ, ਇੱਕ ਅਪਰਚੂਨਿਟੀ ਮੰਨਿਆ ਹੈ ਕਿ ਆਪਣੀ ਰਾਜਨੀਤੀ ਨੂੰ ਅੱਗੇ ਕਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਲੈ ਕੇ ਜਾਣਾ ਹੈ। ਹੁਣ ਇਹ ਗੱਲਾਂ ਤੁਰਨੀ ਸ਼ੁਰੂ ਹੋਈ ਹੈ, ਕਿਸ ਤਰੀਕੇ ਨਾਲ ਅੱਗੇ ਤੁਰਦੀ ਹੈ, ਔਰ ਇਸ ਤੋਂ ਹੀ ਇੱਕ ਮਿਲਦਾ ਜੁਲਦਾ ਕੋਈ ਕੇਸ, ਯਾਨੀ ਰਾਹੁਲ ਗਾਂਧੀ ਦੀ ਅਯੋਗਤਾ ਤੋਂ ਹੀ ਮਿਲਦਾ ਜੁਲਦਾ ਕੇਸ ਇੱਕ ਲਕਸ਼ਦੀਪ ਤੋਂ ਵੀ ਆਇਆ, ਜਿਹਦੇ ਵਿੱਚ ਲਕਸ਼ਦੀਪ ਦੇ MP ਮੁਹੰਮਦ ਫੈਜ਼ਲ, ਉਹਨਾਂ ਦੀ ਵੀ ਡਿਸਕੁਆਲੀਫਿਕੇਸ਼ਨ ਜਨਵਰੀ ਦੇ ਮਹੀਨੇ ਦੇ ਵਿੱਚ ਹੋਈ ਸੀ, ਔਰ 13 ਜਨਵਰੀ ਨੂੰ ਇਹ ਡਿਸਕੁਆਲੀਫਿਕੇਸ਼ਨ ਹੋਈ। 25 ਜਨਵਰੀ ਨੂੰ ਉਹਨਾਂ ਨੂੰ 10 ਸਾਲ ਦੀ ਸਜ਼ਾ ਜਿਹੜੀ ਕੋਰਟ ਨੇ ਦਿੱਤੀ ਸੀ, ਉਹਦੇ ਉੱਤੇ ਸਟੇ ਲੱਗ ਗਿਆ, ਪਰ ਅੱਜ ਤੱਕ ਉਹ ਲੋਕ ਸਭਾ ਸੈਕਟਰੀਏਟ ਦੇ ਚੱਕਰ ਕੱਟ ਰਹੇ ਨੇ ਕਿ ਮੇਰੀ ਸਦੱਸਤਾ ਬਹਾਲ ਕਰੋ, ਕਿਉਂਕਿ ਮੈਨੂੰ ਅਪਰ ਕੋਰਟ ਤੋਂ ਸਟੇ ਮਿਲ ਚੁੱਕਿਆ ਹੈ। ਯਾਨੀ ਰਾਹੁਲ ਗਾਂਧੀ ਉਹਨਾਂ ਦੇ ਨਾਲ ਵੀ ਸਟੇ ਕੋਰਟ ਤੋਂ ਮਿਲ ਗਿਆ, ਤਦ ਵੀ ਇਦਾਂ ਹੀ ਕੁਝ ਹੋਣ ਵਾਲਾ ਹੈ। ਮੈਨੂੰ ਲੱਗਦਾ 2024 ਦੇ ਲੋਕ ਸਭਾ ਪੋਲ ਤੋਂ ਪਹਿਲੇ ਇੱਕ ਵੱਡਾ ਮੁੱਦਾ ਕਾਂਗਰਸ ਦੇ ਹੱਥ ਲੱਗ ਗਿਆ। ਇਸ ਮੁੱਦੇ ਨੂੰ ਅੱਗੇ ਕਿੱਦਾਂ ਤੋੜਦੇ ਨੇ, ਕਿੰਨੀ ਐਗਰੈਸਿਵਲੀ ਅੱਗੇ ਲੈ ਕੇ ਜਾਂਦੇ ਨੇ, ਇਹਦੇ ਉੱਤੇ ਕਾਂਗਰਸ ਦੀ ਰਾਜਨੀਤੀ ਵੀ ਡਿਪੈਂਡ ਕਰੇਗੀ, ਔਰ ਭਾਜਪਾ ਇਸ ਐਗਰੈਸ਼ਨ ਦਾ ਕਿਸ ਤਰੀਕੇ ਨਾਲ ਤੋੜ ਲੱਭੇਗੀ, ਉਹਨਾਂ ਦੀ ਵੀ ਇੱਕ ਕਵਾਇਦ ਇਸ ਗੱਲ ਦੇ ਉੱਤੇ ਹੋਏਗੀ। ਹੁਣ ਇਹ ਇੱਕ ਪੋਲੀਟੀਕਲ ਸਟੇਜ ਜ਼ਰੂਰ ਸੱਜ ਗਿਆ, ਮੁੱਦਾ ਵੱਡਾ ਹੈ, ਇਸ ਮੁੱਦੇ ਨੂੰ ਕਿੰਨਾ ਕੁ ਵੱਡਾ ਹੋਰ ਕਾਂਗਰਸ ਕਰਦੀ ਹੈ ਔਰ ਛੋਟਾ ਕਰਨ ਦੇ ਵਿੱਚ ਭਾਜਪਾ ਕਿੱਦਾਂ ਕਾਮਯਾਬ ਹੁੰਦੀ ਹੈ, ਇਹੀ ਅੱਗੇ ਦੀ ਸਿਆਸਤ ਭਾਰਤ ਦੇ ਵਿੱਚ ਚੱਲੇਗੀ। ਇੰਦਰਪ੍ਰੀਤ ਜੀ, ਵੈਸੇ ਸਵਾਹ ਦਾ ਜ਼ਿਕਰ ਸਾਡੇ ਬੜੇ ਅਜੀਬੋ-ਗਰੀਬ ਢੰਗ ਨਾਲ ਹੁੰਦੇ, ਪਰ ਆਪਾਂ ਸਵਾਹ ਤਾਂ ਉਦਾਂ ਨਹੀਂ ਕਰਨਾ। ਜਦੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਹਿ ਹੀ ਦਿੱਤਾ ਵੀ ਟੰਨਾਂ 'ਚ ਸਵਾਹ ਪਈ ਆ, ਇਹਨੂੰ ਵਰਤੋ, ਚੰਗੀ ਭਲੀ ਮਿੱਟੀ ਕਿਉਂ ਸੜਕਾਂ ਦੇ ਥੱਲੇ ਪਾਉਂਦੇ ਹੋ, ਸੜਕਾਂ ਬਣਾਉਣ ਲਈ, ਇੰਨੇ ਹਾਈਵੇ ਬਣ ਰਹੇ ਆ, ਕੋਈ ਮੰਨਦਾ ਹੀ ਨਹੀਂ। ਇੱਥੇ ਇੱਕ ਰਿਪੋਰਟ ਪ੍ਰਕਾਸ਼ਿਤ ਹੋਈ ਹੈ, ਜ਼ਰਾ ਉਹਦੀ ਜਾਣਕਾਰੀ ਦੇ ਦਿਓ, ਫਿਰ CBI ਵਾਲਾ ਮਾਮਲਾ ਭਾਸਕਰ ਸਾਹਿਬ ਤੋਂ ਲੈ ਲੈਂਦੇ ਆ। ਰੰਧਾਵਾ ਸਾਹਿਬ, ਇਹ NGT ਨੇ ਕਾਫੀ ਟਾਈਮ ਪਹਿਲਾਂ ਕਿਹਾ ਸੀਗਾ, ਸਾਰੇ NHI ਤੋਂ ਲੈ ਕੇ ਬਾਕੀ ਜਿਹੜੇ ਸਟੇਟ ਹਾਈਵੇਜ਼ ਅਥਾਰਟੀਆਂ ਹੈਗੀਆਂ ਉਹਨਾਂ ਨੂੰ ਵੀ ਇਹ ਗੱਲ ਕਹੀ ਸੀਗੀ ਕਿ ਜਿਹੜੀ ਥਰਮਲ ਪਲਾਂਟਾਂ ਚੋਂ ਨਿਕਲਦੀ ਹੋਈ ਸਵਾਹ ਹੈ, ਇਹ ਤੁਸੀਂ ਆਪਣੇ ਸੜਕਾਂ ਬਣਾਉਣ 'ਚ, ਪੁਲ ਬਣਾਉਣ ਦੇ ਵਿੱਚ, ਭਰਤਾਂ ਪਾਉਣ ਦੇ ਵਿੱਚ ਇਹਨੂੰ ਯੂਜ਼ ਕਰੋ। ਪਰ ਇਹ ਦੇਖਣ 'ਚ ਆਇਆ ਹੈ ਕਿ ਇਹ ਹੋ ਨਹੀਂ ਰਹੀ ਹੈ। ਇਸੇ ਕਰਕੇ ਜਿਹੜੇ ਸਾਡੇ ਸਰਦੂਲਗੜ੍ਹ ਦੇ MLA ਹੈਗੇ ਹੈ ਗੁਰਪ੍ਰੀਤ ਸਿੰਘ ਬਣਾਵਾਲੀ, ਉਹਨਾਂ ਨੇ ਇੱਕ ਲੈਟਰ ਲਿਖਿਆ ਚੀਫ ਸੈਕਟਰੀ ਹੋਰਾਂ ਨੂੰ ਤੇ ਬਾਕੀ ਅਥਾਰਟੀਜ਼ ਨੂੰ ਕਿ ਇਹ ਤੁਸੀਂ ਜਿਹੜੀਆਂ ਇਹਨਾਂ ਟਨਾਂ ਦੇ ਹਿਸਾਬ ਨਾਲ ਸਵਾਹ ਨਿਕਲ ਰਹੀ ਹੈ ਔਰ এনवायरमेंट ਨੂੰ ਖਰਾਬ ਕਰ ਰਹੀ ਹੈ, ਜ਼ਮੀਨ ਨੂੰ ਖਰਾਬ ਕਰ ਰਹੀ ਹੈ। ਸਾਡੇ ਦੇਖੋ ਤੇ ਪੈਦਾਵਾਰ ਘਟ ਜਾਂਦੀ ਹੈ, ਜਿੱਥੇ ਵੀ ਕੋਈ ਥਰਮਲ ਪਲਾਂਟ ਹੁੰਦਾ ਹੈ ਉੱਥੇ ਪੈਦਾਵਾਰ ਘਟ ਜਾਂਦੀ ਹੈ, ਕਿਉਂਕਿ ਜਿਹੜੀ ਸਵਾਹ ਹੈਗੀ ਹੈ ਉਹ ਸਾਰੇ ਏਰੀਆ ਨੂੰ ਖਰਾਬ ਕਰ ਦਿੰਦੀ ਹੈ। ਅਸੀਂ ਕਿਉਂਕਿ ਬਠਿੰਡਾ ਰਹੇ ਹਾਂ, ਸਾਨੂੰ ਇਸ ਕਰਕੇ ਯਾਦ ਹੈ, ਉੱਥੇ ਕਾਲੀ ਕਾਟਨ ਨਿਕਲਦੀ ਹੁੰਦੀ ਸੀ, ਬਹੁਤ ਵਾਰੀ ਅਸੀਂ ਦੇਖਦੇ ਸੀ ਉਹ ਕਾਟਨ ਹੀ ਕਾਲੀ ਹੋ ਜਾਂਦੀ ਸੀ ਬਿਲਕੁਲ ਹੀ, ਕਿਉਂਕਿ ਇੰਨੀ ਜ਼ਿਆਦਾ ਸਵਾਹ ਡਿੱਗਦੀ ਸੀ। ਸੋ ਉਹਦਾ ਇੱਕ ਵੱਡਾ ਤੋੜ ਹੈ ਕਿ ਤੁਸੀਂ ਇਸ ਸਵਾਹ ਨੂੰ ਇਹਦੇ ਵਿੱਚ ਯੂਜ਼ ਕਰ ਲਓ। ਹਾਲਾਂਕਿ ਇੱਕ ਤੋੜ ਹੋਰ ਵੀ ਉਹਨਾਂ ਨੇ ਉਦੋਂ ਸੁਜੈਸਟ ਹੋਇਆ ਸੀਗਾ ਕਿ ਇਹਦਾ ਸੀਮੈਂਟ ਬਣਾ ਲਓ। ਸੀਮੈਂਟ ਦੀਆਂ ਕੰਪਨੀਆਂ ਸਾਡੇ ਇੱਥੇ ਲੱਗੀਆਂ ਨੇ, ਅੰਬੂਜਾ ਸੀਮੈਂਟ ਵੀ ਆਇਆ ਸੀ, ACC ਵਾਲਿਆਂ ਦਾ ਵੀ ਲਿੱਤਾ ਹੋਇਆ, ਪਰ ਉਹਨਾਂ ਦੀ ਜਿਹੜੀ ਖਪਤ ਹੈ ਇੰਨੀ ਜ਼ਿਆਦਾ ਨਹੀਂ ਹੈ ਜਿੰਨੀ ਸੜਕਾਂ ਤੇ ਹੋ ਸਕਦੀ ਹੈ। ਹਜ਼ਾਰਾਂ ਏਕੜ ਜਿਹੜੀ ਜ਼ਮੀਨ ਹੈ ਉਸ ਤੇ ਇਹ ਸਵਾਹ ਪਈ ਹੈ, ਇਹਨੂੰ ਯੂਜ਼ ਕੀਤਾ ਜਾ ਸਕਦਾ ਹੈ, ਪਰ ਅਸੀਂ ਇਸ ਨੂੰ ਸਖਤੀ ਨਾਲ ਕਰਨ ਦੀ ਲੋੜ ਹੈ। ਦਬਾਅ ਬਣਾਇਆ ਜਾਣਾ ਚਾਹੀਦਾ ਹੈ। ਇਹ ਜਿਹੜੀਆਂ ਅਥਾਰਟੀਜ਼ ਹੈਗੀਆਂ ਜਿੰਨੀਆਂ ਵੀ ਬਣਾਉਂਦੀਆਂ ਨੇ, ਚਾਹੇ ਪ੍ਰਾਈਵੇਟ ਥਰਮਲ ਪਲਾਂਟ ਨੇ, ਉਹਨਾਂ ਦੋਨਾਂ ਦੀ ਇੱਕ ਕੋਈ ਕਮੇਟੀ ਬਣਾ ਕੇ ਇਹਨਾਂ ਨੂੰ ਬਣਾਉਣਾ ਚਾਹੀਦਾ ਕਿ ਜਿੰਨੀ ਜ਼ਿਆਦਾ ਯੂਜ਼ ਹੋ ਸਕੇ ਉਹ ਯੂਜ਼ ਕਰ ਲੈਣ। ਤੇ ਇਹ ਹਜੇ ਹੋ ਨਹੀਂ ਰਿਹਾ। ਦੇਖੋ ਕਿ ਬਣਾਵਾਲੀ ਸਾਹਿਬ ਦੇ ਲੈਟਰ ਦਾ ਕੋਈ ਅਸਰ ਹੋ ਜੇ। ਇਹ ਸਾਡੇ ਗੀਤਾਂ ਦੇ ਵਿੱਚ ਵੀ ਆ ਗਿਆ ਸੀ। ਇੱਕ ਵਾਰੀ ਗੁਰਲੇਜ਼ ਅਖਤਰ ਨੇ ਲੰਬੀ ਹੇਕ ਚ ਗਾਇਆ ਸੀ, ਮੈਨੂੰ ਝੀਲਾਂ ਕੋਲ ਬਠਿੰਡੇ ਕੋਠੀ ਪਾ ਦੇਵੇ ਮਾਈਆ, ਤੇ ਅੱਗੋਂ ਮੁੰਡਾ ਕਹਿੰਦਾ ਕਿ ਉੱਥੇ ਸਵਾਹ ਬੜੀ ਉੱਡਦੀ ਹੈ, ਇਸ ਕਰਕੇ ਇਹ ਤੇਰੀ ਮੈਂ ਮੰਗ ਪੂਰੀ ਨਹੀਂ ਕਰਨੀ। ਭਾਸਕਰ ਸਾਹਿਬ, ਹੁਣ ਜੇ ਮੈਂ ਗੀਤ ਹੀ ਸੁਣਾਉਣ ਲੱਗ ਪੈਂਦਾ ਸਾਰਾ, ਤੇ ਫਿਰ ਅਸੀਂ ਖਬਰਾਂ ਸੁਣਾਉਣ ਵਾਲੇ ਕਿੱਥੋਂ ਹੁੰਦੇ। ਇਸ ਕਰਕੇ ਮੈਨੂੰ ਲਾਸਟ ਵਿੱਚ ਦੱਸਿਓ, CBI ਦਾ ਤੇ ਡਰ ਹੀ ਬੜਾ। CBI ਨੂੰ ਉਦੋਂ ਕਟਹਿਰੇ 'ਚ ਖੜਾ ਕਰਤਾ ਗਿਆ ਜਦੋਂ ਕਹਿੰਦੇ ਇਹ ਤਾਂ ਤੋਤਾ, ਫਿਰ ਚਲੋ ਲੰਘ ਗਏ ਦੌਰ, ਲੰਘ ਗਏ ਜੀ। ਹੁਣ ਨਵੀਂ ਗੱਲ ਆ ਗਈ, ਕੈਪਟਨ ਸਾਹਿਬ ਨੇ ਵੀ ਕਹਿਤਾ ਉਦੋਂ, ਨਾ ਨੋ ਆਪਾਂ ਨਹੀਂ ਮੰਨਦੇ, ਸਿੱਧੇ ਨਹੀਂ ਆਉਣਾ, ਪੁੱਛ ਕੇ ਆਓ। ਇਹ CBI ਨੂੰ 9 ਰਾਜਾਂ ਨੇ ਮਨਾ ਕੀਤਾ ਹੋਇਆ, ਔਰ ਜਿਸ ਐਕਟ ਦੇ ਥੱਲੇ ਆਉਂਦੀ ਹੈ ਸ਼ਾਇਦ ਉਹਦੇ ਕਾਰਨ ਇਹਨੂੰ ਮਨਾ ਕਰਨਾ ਸਟੇਟਾਂ ਲਈ ਸੌਖਾ ਹੈ। ਹੁਣ ਜੇ ਇਹਨੂੰ ਤਾਕਤਵਰ ਬਣਾਤਾ ਜਾਂਦਾ ਹੈ, ਸੰਵਿਧਾਨ 'ਚ ਕੋਈ ਸੋਧ ਕਰਕੇ, ਕੋਈ ਨਵਾਂ ਕਾਨੂੰਨ ਲਿਆ ਕੇ, ਮੈਨੂੰ ਲੱਗਦਾ ਸਾਡੇ ਪੋਲੀਟੀਸ਼ੀਅਨ ਜਿਨ੍ਹਾਂ ਦੇ ਸਾਹ ਸੁੱਕੇ ਰਹਿੰਦੇ, ਬਿਊਰੋਕਰੇਟਸ ਜਿਨ੍ਹਾਂ ਦੇ
ਹੁਣੇ ਧੁੜਕੂ ਲੱਗਿਆ ਰਹਿੰਦਾ, ਆ ਨਾ ਹੋ ਜੇ, ਆ ਨਾ ਹੋ ਜੇ। ਉਹਨਾਂ ਲਈ ਤਾਂ ਤੁਸੀਂ ਹੋਰ ਜਾਨ ਮੁੱਠੀ 'ਚ ਕਰ ਦਿਓਗੇ। ਸੁਣਾਓ ਜ਼ਰਾ ਕਹਾਣੀ, ਕਿੱਸਾ। ਸੀਬੀਆਈ ਦੀ ਗੱਲ ਕਰੀਏ ਤੇ ਉਹਦੀ ਭਾਈਵਾਲ ਏਜੰਸੀ ਯਾਨੀ ਸੈਂਟਰਲ ਏਜੰਸੀ ਹੈਗੀ ਹੈ ਈਡੀ। ਬਹੁਤ ਵਾਰ ਪਿੱਛੇ ਖਬਰਾਂ ਛਪੀਆਂ ਈਡੀ ਜ਼ਿਆਦਾ ਪਾਵਰਫੁਲ ਹੈ ਕਿ ਸੀਬੀਆਈ। ਹੁਣ ਸੀਬੀਆਈ ਘੱਟ ਪਾਵਰਫੁਲ ਹੈ ਈਡੀ ਤੋਂ, ਇਹ ਗੱਲ ਵੀ ਸਾਹਮਣੇ ਆ ਚੁੱਕੀ ਹੈ। ਹੁਣ ਮਨੀਸ਼ ਸਿਸੋਦੀਆ ਵਰਗੇ ਜਿਹੜੇ ਲੀਡਰ ਨੇ, ਪੋਲੀਟੀਸ਼ੀਅਨ ਨੇ, ਉਹਨਾਂ ਦੇ ਖਿਲਾਫ ਈਡੀ ਵੀ ਕੇਸ ਕਰਦੀ ਹੈ ਔਰ ਸੀਬੀਆਈ ਵੀ ਕੇਸ ਕਰਦੀ ਹੈ। ਸੀਬੀਆਈ ਦੇ ਚੁੰਗਲ ਤੋਂ ਤੇ ਇੱਕ ਤਰੀਕੇ ਨਾਲ ਉਹ ਨਿਕਲਣ ਵਾਲੇ ਹੀ ਸੀਗੇ। ਈਡੀ ਦੀ ਐਂਟਰੀ ਹੋ ਜਾਂਦੀ ਹੈ, ਫਿਰ ਈਡੀ ਆਪਣਾ ਕੰਮ ਅੱਗੇ ਤੋਰਦੀ ਹੈ। ਈਡੀ ਦੇ ਕੇਸ ਦੇ ਵਿੱਚ ਛੇਤੀ ਕਿਤੇ ਜ਼ਮਾਨਤ ਨਹੀਂ ਮਿਲਦੀ। ਇੱਕ ਆਮ ਵਿਅਕਤੀ ਇਸ ਗੱਲ ਨੂੰ ਕਈ ਵਾਰ ਡਿਸਕਸ ਕਰਦਾ ਹੈ। ਹੁਣ ਉਸ ਸੀਬੀਆਈ ਨੂੰ ਲੈ ਕੇ ਹੀ ਪਾਰਲੀਮੈਂਟਰੀ ਪੈਨਲ ਹੈਡ ਕੌਣ ਕਰ ਰਹੇ ਸੀ? ਸੁਸ਼ੀਲ ਕੁਮਾਰ ਮੋਦੀ, ਜਿਹੜੇ ਬਿਹਾਰ ਦੇ ਲੀਡਰ ਹੈਗੇ ਨੇ, ਉਪ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ। ਉਹਨਾਂ ਨੇ ਇਹ ਕਿਹਾ ਕਿ 9 ਸੂਬਿਆਂ ਨੇ ਸੀਬੀਆਈ ਦੀ ਐਂਟਰੀ ਨੂੰ ਨਾ ਕਰਤੀ। ਔਰ 9 ਸੂਬੇ ਕਿਹੜੇ ਨੇ? ਜ਼ਿਆਦਾਤਰ ਗੈਰ ਭਾਜਪਾ ਰੂਲਡ ਸਟੇਟਸ ਹੈਗੀਆਂ। ਇਹਦੇ ਵਿੱਚੋਂ ਮਿਜ਼ੋਰਮ ਹੈਗੀ ਹੈ, ਵੈਸਟ ਬੰਗਾਲ ਹੈਗੀ ਹੈ, ਛੱਤੀਸਗੜ੍ਹ, ਰਾਜਸਥਾਨ, ਕੇਰਲਾ, ਝਾਰਖੰਡ, ਪੰਜਾਬ, ਮੇਘਾਲਿਆ ਐਂਡ ਤੇਲੰਗਾਨਾ। ਇਹ ਸਾਰੇ ਸੂਬੇ ਹੈਗੇ ਨੇ ਜਿਨ੍ਹਾਂ ਨੇ ਸੀਬੀਆਈ ਨੂੰ ਸਿਰੇ ਤੋਂ ਨਾ ਕਰਤੀ ਹੈ। ਯਾਨੀ ਇਹ ਡਾਂਗ ਲਾ ਕੇ ਬੈਠੇ ਹੋਏ ਨੇ। ਜੇ ਸੀਬੀਆਈ ਆਈ ਤੇ ਪਿੱਛੇ ਧਕੇਲ ਦਿੰਦੇ ਨੇ ਕਿ ਨਹੀਂ, ਅਸੀਂ ਤੁਹਾਨੂੰ ਕੋਈ ਪਰਮਿਸ਼ਨ ਨਹੀਂ ਦੇਵਾਂਗੇ। ਸਾਡੇ ਕੇਸ ਜਿਹੜੇ ਸੂਬੇ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੇਸ ਅਗਰ ਤੁਹਾਨੂੰ ਹੈਂਡਓਵਰ ਕਰੀਏ ਤੇ ਉਹਨਾਂ ਕੇਸਸ ਨੂੰ ਕਰ ਸਕਦੇ ਆ। ਸੁਸ਼ੀਲ ਕੁਮਾਰ ਜਿਹੜੇ ਮੋਦੀ, ਉਹਨਾਂ ਦੇ ਪੈਨਲ ਨੇ ਮੰਗ ਕੀਤੀ ਹੈ ਵੀ ਸੀਬੀਆਈ ਦੇ ਸਟੇਟਸ ਨੂੰ ਹੁਣ ਬਹਾਲ ਕਰੋ। ਆ ਜਿਹੜੇ 9 ਸੂਬਿਆਂ ਦੇ ਵਿੱਚ ਨਾ ਹੋ ਗਈ ਹੈ, ਜਿਹਦੇ ਵਿੱਚ ਬਾਰ-ਬਾਰ ਸੀਬੀਆਈ ਘੁਸਣ ਦੀ ਕੋਸ਼ਿਸ਼ ਕਰਦੀ ਹੈ। ਇਸ ਕਰਕੇ ਹੁਣ ਲੋੜ ਹੈਗੀ ਹੈ ਫੈਡਰਲ ਏਜੰਸੀ ਨੂੰ ਇੱਕ ਨਵਾਂ ਸਟੇਟਸ ਦਿੱਤਾ ਜਾਏ ਤੇ ਈਡੀ ਵਰਗਾ ਕੁਝ ਪਾਵਰਾਂ ਇਦਾਂ ਦੀ ਵੀ ਦਿੱਤੀ ਜਾਏ ਕਿ ਸੀਬੀਆਈ ਆਪ ਦੇ ਲੈਵਲ ਦੇ ਉੱਤੇ ਕੋਈ ਇਨਵੈਸਟੀਗੇਸ਼ਨ ਕਰਦੀ ਰਹੇ। ਔਰ ਸੀਬੀਆਈ ਦੀ ਜਿੰਨੀ ਵੀ ਇਨਵੈਸਟੀਗੇਸ਼ਨ ਹੁੰਦੀ ਹੈ ਉਹ ਪਬਲਿਕ ਡੋਮੇਨ ਦੇ ਵਿੱਚ ਕਦੀ ਵੀ ਨਹੀਂ ਹੁੰਦੀ। ਇਸ ਗੱਲ ਦੀ ਵੀ ਮੰਗ ਕੀਤੀ ਗਈ ਹੈ ਇਸ ਪੈਨਲ ਦੇ ਵਿੱਚ ਕਿ ਪਬਲਿਕ ਡੋਮੇਨ ਦੇ ਵਿੱਚ ਸੀਬੀਆਈ ਦੀ ਕਾਰਗੁਜ਼ਾਰੀ, ਇਨਵੈਸਟੀਗੇਸ਼ਨ ਨੂੰ ਵੀ ਲੈ ਕੇ ਆਇਆ ਜਾਏ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਸੀਬੀਆਈ ਕਿਸ ਤਰੀਕੇ ਨਾਲ ਕੰਮ ਕਰਦੀ ਹੈ। ਹੁਣ ਜਿਸ ਤਰ੍ਹਾਂ ਨੋਡਲ ਏਜੰਸੀ ਦੀ ਗੱਲ ਵੀ ਚਲੀਏ, ਇੱਕ ਹੋਰ ਗੱਲ ਪਾਰਲੀਮੈਂਟਰੀ ਪੈਨਲ ਨੇ ਕੀਤੀ ਹੈ ਕਿ ਜਿਹੜੇ ਅੱਜਕੱਲ ਡਿਜੀਟਲ ਫਰਾਡ ਹੋ ਰਹੇ ਨੇ, ਤੁਸੀਂ ਵੀ ਕਈ ਵਾਰ ਨੋਟ ਕੀਤਾ ਹੋਵੇਗਾ, ਤੁਹਾਨੂੰ ਤੁਹਾਡੇ ਰਿਸ਼ਤੇਦਾਰਾਂ ਨੇ, ਦੋਸਤਾਂ ਮਿੱਤਰਾਂ ਨੇ ਕੰਪਲੇਂਟ ਕੀਤੀ ਹੋਈ ਵੀ ਸਾਡੇ ਮੋਬਾਈਲ ਦੇ ਵਿੱਚ, ਅਕਾਊਂਟ ਦੇ ਵਿੱਚੋਂ ਪੈਸੇ ਕੱਢੇ ਗਏ, OTP ਮੰਗਿਆ, ਅਸੀਂ ਦੇ ਦਿੱਤਾ ਤੇ ਉਹ ਪੈਸੇ ਗਏ। ਬਹੁਤ ਸਾਰੇ ਕੇਸਿਸ ਦੇ ਵਿੱਚ ਉਹ ਪੈਸੇ ਵਾਪਸ ਨਹੀਂ ਆਉਂਦੇ। ਇਹਦੇ ਵਾਸਤੇ ਵੀ ਪਾਰਲੀਮੈਂਟਰੀ ਪੈਨਲ ਨੇ ਇੱਕ ਮੰਗ ਕੀਤੀ ਹੈ ਕਿ ਇੱਕ ਨੋਡਲ ਏਜੰਸੀ ਬਣਾਉਣੀ ਚਾਹੀਦੀ ਹੈ ਜਿਹਦੇ ਰਾਹੀਂ ਲੋਕਾਂ ਨੂੰ ਰਾਹਤ ਮਿਲੇ। ਭਾਰਤ ਨੂੰ ਛੱਡ ਕੇ ਕਿਸੇ ਹੋਰ ਦੇਸ਼ ਦੇ ਵਿੱਚ ਹਜੇ ਤੱਕ OTP ਵਾਲਾ ਸਿਸਟਮ ਨਹੀਂ ਹੈ। ਔਰ ਭਾਰਤ ਸਰਕਾਰ ਕਈ ਵਾਰ ਇਹ ਕਲੇਮ ਵੀ ਕਰਦੀ ਹੈ ਕਿ ਸਾਡੇ ਇੱਥੇ ਜਿੰਨੀ ਕੁ ਸਿਕਿਉਰਿਟੀ ਹੈ ਉਹ ਕਿਸੇ ਹੋਰ ਦੇਸ਼ ਦੇ ਵਿੱਚ ਵੀ ਨਹੀਂ ਹੈ, ਪਰ ਭਾਰਤ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਫਰਾਡ। ਹੋਰ ਦੇਸ਼ਾਂ ਦੇ ਵਿੱਚ ਇਦਾਂ ਦੇ ਫਰਾਡ ਘੱਟ ਦੇਖਣ ਨੂੰ ਮਿਲਦੇ ਨੇ। ਇਦਾਂ ਦੇ ਹਾਲਾਤ ਵਿੱਚ ਹੁਣ ਪਾਰਲੀਮੈਂਟਰੀ ਪੈਨਲ ਦੀ ਇਹ ਮੰਗ ਜਾਇਜ਼ ਤੇ ਹੈ। ਔਰ ਇਹ ਜਾਇਜ਼ ਇਸ ਕਰਕੇ ਵੀ ਹੈ ਕਿ ਆਏ ਦਿਨ ਆਮ ਲੋਕਾਂ ਨਾਲ ਇਹ ਫਰਾਡ ਹੋ ਰਹੇ ਨੇ ਔਰ ਤੁਸੀਂ ਜਿੰਨੀ ਮਰਜ਼ੀ ਕੰਪਲੇਂਟਾਂ ਕਰ ਲਓ, ਤੁਹਾਡੇ ਪੈਸੇ ਪੂਸੇ ਕੋਈ ਵਾਪਸ ਨਹੀਂ ਮਿਲ ਰਹੇ। ਇਸ ਤਰੀਕੇ ਨਾਲ ਪਾਰਲੀਮੈਂਟਰੀ ਪੈਨਲ ਦੀ ਸੀਬੀਆਈ ਨੂੰ ਲੈ ਕੇ ਚਿੰਤਾ ਤੇ ਇਹ ਜਿਹੜੇ ਡਿਜੀਟਲ ਫਰਾਡ ਨੂੰ ਲੈ ਕੇ ਚਿੰਤਾ, ਇਹ ਕਿਸੇ ਨਾ ਕਿਸੇ ਜਗ੍ਹਾ ਚੰਗੀ ਵੀ ਲੱਗਦੀ ਹੈ, ਕਦੀ ਮਾੜੀ ਵੀ ਲੱਗਦੀ। ਦੇਖੋ, ਤੁਸੀਂ ਦੂਜੇ ਦੇਸ਼ਾਂ ਨਾਲ ਮੁਕਾਬਲਾ ਕਰ ਰਹੇ ਹੋ। ਸਾਡੇ ਇੱਥੇ ਬੇਸ਼ੁਮਾਰ ਧਰਮਾਂ, ਸ਼ਰਧਾ ਦਾ ਦੇਸ਼ ਹੈ। ਇੱਥੇ ਨੈਤਿਕ ਹੋਣ ਦਾ ਵੀ ਮਾਮਲਾ ਹੋ ਜਾਂਦਾ। ਉਹ ਲੋਕ ਜਿਉਂਦੇ ਨੇ, ਉਹਨਾਂ ਨੇ ਆਪਣੇ ਨਿਯਮ ਘੜ ਲਏ, ਉਹਦੀ ਪਾਲਣਾ ਕਰਦੇ ਆ। ਅਸੀਂ ਨਿਯਮ ਦੂਜਿਆਂ ਲਈ ਬਣਾਉਂਦੇ ਆ ਤੇ ਆਪ ਅਸੀਂ ਜਿਹੜਾ ਉਹ ਕਹਿੰਦੇ ਆ ਵੀ ਅਸੀਂ ਤੇ ਜਾਵਾਂਗੇ, ਗੱਡੀ ਮੋੜਾਂਗੇ, ਹੈ ਸਾਡੇ ਆਪਣੇ ਅਸੂਲ, ਸਾਡੇ ਆਪਣੇ ਹੀ ਹੈ ਰੂਲ। ਖੈਰ ਛੱਡੋ, ਮਿਹਰਬਾਨੀ, ਧੰਨਵਾਦ ਜੀ, ਥੈਂਕ ਯੂ।